ਆਪਣੇ ਇਤਿਹਾਸ ਦੇ ਵਰਕਿਆਂ ਵਿੱਚੋਂ ਕੁਝ ਸੁਣਦੇ ਹਾਂ। ਇਸ ਤਰ੍ਹਾਂ ਦੇ ਸਮੇਂ ਬਹੁਤ ਘੱਟ ਬਣਦੇ ਹਨ। ਪਤਾ ਨਹੀਂ ਹੌਲੀ ਹੌਲੀ ਇਹ ਪੰਜਾਬ ਕਿਸ ਸਾਜ਼ਿਸ਼ ਤਹਿਤ, ਕਿਸ ਪਲੈਨਿੰਗ ਨਾਲ, ਕਿਹੜੀ ਵਿਉਂਤਬੰਦੀ ਘੜ ਕੇ ਸਾਡੀ ਇਸ ਨੰਨੀ ਮੁੰਨੀ ਫੁਲਵਾੜੀ ਤੋਂ ਗੁਰੂਆਂ ਦੇ ਨਾਮ ਭੁਲਾ, ਸਾਹਿਬਜ਼ਾਦਿਆਂ ਦੀ ਗੱਲ ਸਾਡੇ ਬੱਚਿਆਂ ਦੀ ਜ਼ੁਬਾਨ ਚੋਂ ਕੱਢ ਕੇ, ਮਾਤਾ ਗੁਜਰ ਕੌਰ ਦੀਆਂ ਬਾਤਾਂ ਸਾਡੇ ਬੱਚਿਆਂ ਦੀ ਜ਼ੁਬਾਨ ਤੋਂ ਪਾਸੇ ਕਰਕੇ ਕਿਹੜੇ ਵੇਲੇ ਚਲਾਕ ਬਿਰਤੀ ਦੇ ਬੰਦਿਆਂ ਨੇ ਸਾਡੇ ਬੱਚਿਆਂ ਦੀ ਜ਼ੁਬਾਨ ਤੇ ਉਹ ਕੂੜ ਕਬਾੜ ਲੈ ਆਂਦਾ ਜੋ ਸਾਡੇ ਘਰ ਵਿੱਚ ਬਹਿ ਕੇ ਸੁਣਿਆ ਤੇ ਗਾਇਆ ਨਹੀਂ ਜਾ ਸਕਦਾ। ਔਰ ਇਸ ਦੀ ਸ਼ੁਰੂਆਤ ਮੈਨੂੰ ਇੰਜ ਲੱਗਦਾ ਸਾਡੇ ਆਪਣੇ ਘਰ ਤੋਂ, ਬੱਚਿਆਂ ਦੇ ਮਾਪਿਆਂ ਤੋਂ ਸ਼ੁਰੂ ਹੁੰਦੀ ਹੈ। ਹੋ ਸਕਦਾ ਤੁਸੀਂ ਬਹੁਤੇ ਮੇਰੀ ਇਸ ਗੱਲ ਨਾਲ ਸਹਿਮਤ ਨਾ ਹੋਵੋਗੇ ਵੀ ਇਦਾਂ ਨਹੀਂ ਹੁੰਦਾ। ਮੈਂ ਪਹਿਲਾਂ ਕਿਹਾ ਵੀ ਗੱਲ ਚਲਾਕੀ ਨਾਲ ਹੁੰਦੀ ਹੈ, ਗੱਲ ਕਿਸੇ ਪਲੈਨਿੰਗ ਤਹਿਤ ਆਈ ਹੈ, ਪਰ ਸ਼ੁਰੂਆਤ ਮਾਪਿਆਂ ਤੋਂ ਹੁੰਦੀ ਹੈ। ਕਿਵੇਂ ਹੁੰਦੀ ਹੈ? ਛੋਟਾ ਜਿਹਾ ਬੱਚਾ ਜਦੋਂ ਗਾਲ ਕੱਢਦਾ ਨਾ, ਤੇ ਕਈ ਵਾਰ ਮਾਪੇ ਹੱਸਣ ਲੱਗ ਜਾਂਦੇ ਨੇ ਕਿ ਸਾਡੇ ਬੱਚੇ ਨੇ ਗਾਲ ਕੱਢੀ ਹੈ। ਯਾਦ ਰੱਖੋ, ਇਹੋ ਹੀ ਗਾਲ ਜਿੱਦਣ ਇਹਨੇ ਜਵਾਨ ਹੋ ਕੇ ਗਲੀ 'ਚ ਖਲੋ ਕੇ ਕੱਢੀ ਨਾ, ਤੇ ਨਮੋਸ਼ੀ ਵੀ ਇਹਨੇ ਹੀ ਸਭ ਤੋਂ ਵੱਧ ਦਵਾਉਣੀ ਹੈ। ਤੁਹਾਡਾ ਹੱਸਣਾ, ਤੁਸੀਂ ਨੋਟ ਕਰਿਓ ਕਦੀ, ਜਿਹੜੀ ਗੱਲ ਤੋਂ ਅਸੀਂ ਬੱਚਿਆਂ ਦੀ ਤੋਂ ਹੱਸਦੇ ਆ ਨਾ, ਉਹ ਬਾਰ-ਬਾਰ ਕਰਦੇ ਆ। ਜਿਹੜੀ ਗੱਲ ਤੋਂ ਆਪਾਂ ਹੱਸਾਂਗੇ ਨਾ ਬੱਚਿਆਂ ਦੀ, ਨੋਰਮਲ ਵੀ ਗੱਲ, ਬੱਚੇ ਨੇ ਮੰਨ ਲਓ ਹੱਥ ਤੇ ਹੱਥ ਹੀ ਮਾਰਿਆ ਨਾ, ਛੋਟਾ ਜਿਹਾ ਬੱਚਾ ਜੇ ਉਹਨੂੰ ਬਹੁਤੀ ਸੁਰਤ ਨਹੀਂ ਹੁੰਦੀ ਤਾਂ ਉਹ ਹੱਥ ਤੇ ਹੱਥ ਮਾਰਦਾ, ਤੁਸੀਂ ਹੱਸਣ ਲੱਗ ਜਾਓ, ਬਾਰ-ਬਾਰ ਇੰਝ ਹੀ ਕਰੀ ਜਾਂਦਾ। ਉਹਨੂੰ ਇੰਜ ਲੱਗਦਾ ਵੀ ਜੇ ਸਾਰੇ ਖੁਸ਼ ਹੋ ਰਹੇ ਨੇ, ਇਹਦਾ ਮਤਲਬ ਮੈਂ ਬਹੁਤ ਵਧੀਆ ਕੋਈ ਗੱਲ ਕਰ ਰਿਹਾ। ਕੋਰਾ ਆ ਨਾ ਕਾਗਜ਼, ਬੱਚੇ ਦੀ ਜਿਹੜੀ ਜੀਵਨ ਸ਼ੈਲੀ ਹੈ ਬੜੀ ਕੋਰੇ ਕਾਗਜ਼ ਵਾਲੀ ਹੈ। ਔਰ ਉਹਦੇ ਤੋਂ ਬਾਅਦ ਹੌਲੀ ਹੌਲੀ ਜਦੋਂ ਬੱਚਿਆਂ ਦੀ ਘਾੜਤ ਘੜੀ ਜਾਣੀ ਸੀ, ਮਾਂ-ਬਾਪ ਚਾਹੁੰਦੇ ਨਹੀਂ ਹੁੰਦੇ, ਇਹ ਗੱਲ ਪੱਕੀ ਹੈ, ਕੋਈ ਦੁਨੀਆ ਦੀ ਮਾਂ ਨਹੀਂ ਚਾਹੁੰਦੀ ਵੀ ਉਹਦੀ ਔਲਾਦ ਦੇ ਬੋਲ ਕਿਸੇ ਨੂੰ ਦੁਖੀ ਕਰਨ। ਇਹ ਮੈਂ ਮੰਨਦਾ, ਪੰਜਾਬੀ ਮਾਵਾਂ ਤਾਂ ਨਹੀਂ ਚਾਹੁੰਦੀਆਂ, ਘੱਟੋ ਘੱਟ ਸਾਡੀਆਂ ਮਾਵਾਂ ਤਾਂ ਨਹੀਂ ਚਾਹੁੰਦੀਆਂ ਵੀ ਉਹਨਾਂ ਦੇ ਬੱਚੇ ਕੋਈ ਇਹੋ ਜਿਹਾ ਬੋਲ ਬੋਲਣ ਜਿਹਦੇ ਕਰਕੇ ਉਹਨਾਂ ਨੂੰ ਕਿਸੇ ਤੋਂ ਗੱਲ ਸੁਣਨੀ ਪਵੇ। ਐਸਾ ਸਾਡੀਆਂ ਮਾਵਾਂ ਨਹੀਂ ਚਾਹੁੰਦੀਆਂ। ਪਰ ਇਹ ਗੱਲ ਮਾਵਾਂ ਨੂੰ ਸਮਝ ਉਦੋਂ ਆਉਂਦੀ ਹੈ ਜਦੋਂ ਬੱਚਿਆਂ ਦੇ 2-4 ਲਾਮੇ ਗਲੀ ਚੋਂ ਆ ਜਾਂਦੇ ਆ। ਜਦੋਂ ਲਾਮੇ ਆਉਣੇ ਸ਼ੁਰੂ ਹੋ ਜਾਂਦੇ ਨੇ, ਉਦੋਂ ਸਾਨੂੰ ਲੱਗਦਾ ਵੀ ਨਹੀਂ, ਗੱਲ ਵਿਗੜ ਰਹੀ ਹੈ। ਔਰ ਉਸ ਵੇਲੇ ਤੱਕ ਗੱਲ ਚਲਾਕੀ ਨਾਲ, ਫਿਰ ਸਮਝਿਓ ਗੱਲ ਨੂੰ, ਚਲਾਕੀ ਨਾਲ ਅਗਲਿਆਂ ਨੇ ਟਰੈਕ ਤੇ ਚੜਾ ਲਈ ਹੈ। ਹੁਣ ਮਾਪੇ ਬੱਚੇ ਤੁਹਾਡੀ ਗੱਲ ਨੂੰ ਦੁਸ਼ਮਣ ਦੀ ਗੱਲ ਵਾਂਗ ਲੈਂਦੇ ਨੇ ਤੇ ਦੂਜਿਆਂ ਦੀ ਗੱਲ ਨੂੰ ਮਿੱਤਰ ਦੀ ਗੱਲ ਵਾਂਗ ਲੈਂਦੇ ਆ। ਜਦੋਂ ਮਾਪੇ ਫਿਰ ਰੋਕਦੇ ਨੇ ਨਾ, ਐ ਨਾ ਬੋਲਿਆ ਕਰ, ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਮਾਪੇ ਸਾਡੇ। ਅਸੀਂ ਕੱਲ ਆਨੰਦਪੁਰ ਗੁਰਮੁਖ ਸਿਖਲਾਈ ਕੈਂਪ ਦੀ ਇੱਕ ਸਮਾਪਤੀ ਤੇ ਥਾਂ, ਚੀਫ ਖਾਲਸਾ ਦੀਵਾਨ ਦੇ ਵੀਰਾਂ ਨੇ ਕੈਂਪ ਲਾਇਆ ਸੀ ਤੇ ਲਗਭਗ ਪੰਜਾਬ ਦੇ ਬਹੁਤ ਵੱਖ-ਵੱਖ ਇਲਾਕਿਆਂ ਚੋਂ ਬੱਚੇ ਉੱਥੇ ਆਏ ਸਨ। ਪਹਿਲਾਂ ਸਕੂਲਾਂ 'ਚ ਕੈਂਪ ਲੱਗੇ ਸੀ, ਸਕੂਲਾਂ ਦੇ ਵਿੱਚੋਂ ਜਿਹੜੇ ਬੱਚੇ ਇੰਟੈਲੀਜੈਂਟ ਸਨ, ਜਿਹੜੇ ਸਮਝ ਰੱਖਦੇ ਸਨ, ਉਸ ਜਗ੍ਹਾ ਤੇ ਆਏ। ਔਰ ਉਹਨਾਂ ਨੇ ਸਾਨੂੰ, ਮੇਰੇ ਨਾਲ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਜੀ ਦਦੇਰ ਸਨ, ਮੈਂ ਸਾਂ, ਸਾਡੇ ਪ੍ਰਚਾਰਕ ਵੀਰ ਜਗਜੀਤ ਸਿੰਘ ਜੀ ਹੋਣੀ, ਹਰਪਾਲ ਸਿੰਘ ਹੋਣੀ, ਬਾਕੀ ਵੀਰ ਸਾਡੇ ਪ੍ਰਚਾਰਕ ਤੇ ਉਹਨਾਂ ਦੀ ਸਮੁੱਚੀ ਟੀਮ ਸੀ। ਸੁਖਵਿੰਦਰ ਵੀਰ ਜੀ ਹੋਣਾ ਨੂੰ ਉਹਨਾਂ ਨੇ ਇੱਕ ਟੌਪਿਕ ਦਿੱਤਾ ਸੀ ਵੀ ਬੱਚਿਆਂ ਦੇ ਵਿੱਚ ਮਾਂ-ਬਾਪ ਦਾ ਘਟ ਰਿਹਾ ਸਤਿਕਾਰ, ਕਾਹੇ ਪੂਤ ਝਗਰਤ ਹੋ ਸੰਗ ਬਾਪ। ਤੇ ਵੀਰ ਜੀ ਨੇ ਜਦੋਂ ਗੱਲਬਾਤ ਸ਼ੁਰੂ ਕੀਤੀ ਤੇ ਬੱਚੇ ਬਾਰ-ਬਾਰ ਇੱਕ ਗੱਲ ਕਰ ਰਹੇ ਸਨ ਵੀ ਅਸੀਂ ਮਾਂ-ਬਾਪ ਦਾ ਸਤਿਕਾਰ ਇਸ ਕਰਕੇ ਨਹੀਂ ਕਰਦੇ ਕਿਉਂਕਿ ਮਾਂ-ਬਾਪ ਨਾਲ ਸਾਡੇ ਵਿਚਾਰ ਨਹੀਂ ਰਲਦੇ।
ਅੱਛਾ, ਬੱਚੇ ਪਤਾ ਕਿਹੜੇ ਸਨ 8ਵੀਂ ਕਲਾਸ ਤੋਂ ਥੱਲੇ ਵਾਲੇ? ਤੁਹਾਡੇ 'ਚ ਬਹੁਤ ਸਿਆਣੀ ਉਮਰ ਦੇ ਵੀਰ ਵੀ ਬੈਠੇ ਨੇ, ਬੜੇ ਬੰਦੇ ਐਸੇ ਅੱਜ ਵੀ ਨੇ ਪੰਜਾਬ ਵਿੱਚ ਜਿਨ੍ਹਾਂ ਦੀ ਉਮਰ 40 ਸਾਲ ਦੇ ਲਾਗੇ ਹੈ, ਪਰ ਫਿਰ ਵੀ ਉਹ ਆਪਣੇ ਵਿਚਾਰ ਮਾਂ-ਬਾਪ ਨਾਲ ਮਿਲਾਉਂਦੇ ਨਹੀਂ ਆ, ਮਾਂ-ਬਾਪ ਦੇ ਵਿਚਾਰਾਂ ਨਾਲ ਚੱਲਦੇ ਆ। ਇਦਾਂ ਥੋੜੀ ਹੁੰਦਾ ਵੀ ਮਾਂ-ਬਾਪ ਸਾਡੇ ਵਿਚਾਰਾਂ ਨਾਲ ਸਹਿਮਤ ਹੋਣ। ਹਾਂ, ਕਈ ਵਾਰ ਇਦਾਂ ਵੀ ਵਾਪਰਦਾ, ਇਹ ਵੀ ਗੱਲ, ਇਸ ਗੱਲ ਨੂੰ ਵੀ ਵਾਚਿਆ ਜਾ ਸਕਦਾ ਹੈ ਵੀ ਕਈ ਵਾਰ ਸਾਡੇ ਵਿਚਾਰਾਂ ਨਾਲ ਮਾਪੇ ਸਹਿਮਤ ਨਹੀਂ ਹੁੰਦੇ। ਸਾਨੂੰ ਕੈਂਪਾਂ 'ਚ ਬਹੁਤ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਕਈ ਬੱਚੇ ਕੈਂਪ ਵਿੱਚ ਆਣ ਕੇ ਗੁਰਮਤਿ ਦੀ ਗੱਲ ਸਮਝ ਆਉਂਦੇ ਨੇ, ਉਹਨਾਂ ਦੇ ਪੇਰੈਂਟਸ ਉਹ ਗੱਲ ਨਹੀਂ ਸਮਝਦੇ ਹੁੰਦੇ, ਫਿਰ ਘਰ ਵਿੱਚ ਤਕਰਾਰ ਸ਼ੁਰੂ ਹੁੰਦਾ। ਜਿਵੇਂ ਮੰਨ ਲਓ ਬੱਚੇ ਨੇ ਕਲਾਸ ਵਿੱਚ ਬਹਿ ਕੇ ਸਮਝ ਲਿਆ ਵੀ ਨਸ਼ਾ ਮਾੜੀ ਚੀਜ਼ ਹੈ, ਗੁਰੂ ਸਾਹਿਬ ਜੀ ਨੇ ਸਾਨੂੰ ਨਸ਼ੇ ਤੋਂ ਵਰਜਿਆ, ਤੇ ਘਰ ਦਾ ਕੋਈ ਮੈਂਬਰ ਨਸ਼ਾ ਕਰਦਾ ਹੈ ਤੇ ਬੱਚਾ ਘਰ ਜਾ ਕੇ, ਕਿਉਂਕਿ ਉਹ ਕੋਰੇ ਕਾਗਜ਼ ਵਰਗਾ ਹੁੰਦਾ, ਫਿਰ ਸਾਡੇ ਵੀਰ ਸਮਝਾਉਂਦੇ ਇਦਾਂ ਨੇ ਵੀ ਪੁੱਤ ਨਸ਼ਾ ਇਦਾਂ ਹੁੰਦਾ ਜਿਵੇਂ ਜ਼ਹਿਰ ਹੋਵੇ, ਤੇ ਜ਼ਹਿਰ ਕਦੀ ਵੀ ਖਾਧਾ ਨਹੀਂ ਜਾਂਦਾ, ਜ਼ਹਿਰ ਕਦੀ ਵੀ ਸਵਾਦ ਨਹੀਂ ਵੇਖਿਆ ਜਾਂਦਾ, ਜ਼ਹਿਰ ਦਾ ਟੇਸਟ ਨਹੀਂ ਲਿਆ ਜਾਂਦਾ ਹੁੰਦਾ। ਹੁਣ ਬੱਚੇ ਕੋਰੇ ਹੁੰਦੇ ਨੇ, ਉਹ ਘਰ ਜਾ ਕੇ ਕਈ ਵਾਰ ਆਪਣੇ ਬਾਪ ਨਾਲ, ਆਪਣੇ ਚਾਚੇ ਤਾਏ ਨਾਲ ਵੀ ਇਦਾਂ ਹੀ ਗੱਲ ਕਰਦੇ ਨੇ ਵੀ ਪਾਪਾ, ਚਾਚਾ ਜੀ, ਇਹ ਤੇ ਨਸ਼ਾ ਜ਼ਹਿਰ ਹੁੰਦਾ, ਸਾਨੂੰ ਉਹਨਾਂ ਵੀਰਾਂ ਨੇ ਦੱਸਿਆ, ਤੇ ਤੁਸੀਂ ਜ਼ਹਿਰ ਕਿਉਂ ਪੀ ਜਾਂਦੇ ਹੋ? ਹਾਲਾਂਕਿ ਗੱਲ ਜੇ ਬੱਚਿਆਂ ਨੇ ਕੀਤੀ ਹੈ ਤੇ ਪੇਰੈਂਟਸ ਨੂੰ, ਮਾਪਿਆਂ, ਜਿਹੜੇ ਵੀ ਹੈਗੇ ਨੇ ਇਦਾਂ, ਉਹਨਾਂ ਨੂੰ ਇਦਾਂ ਫੀਲ ਕਰਨਾ ਚਾਹੀਦਾ ਵੀ ਅੱਛਾ ਪੁੱਤ, ਇਹ ਤਾਂ ਆਦਤ ਮੈਨੂੰ ਪੈ ਗਈ ਸੀ, ਪਰ ਅੱਜ ਮੇਰੇ ਪੁੱਤ ਨੇ, ਮੇਰੀ ਧੀ ਨੇ, ਮੇਰੇ ਪੋਤਰੇ ਨੇ, ਮੇਰੇ ਭਤੀਜੇ ਨੇ ਮੈਨੂੰ ਇਹ ਗੱਲ ਸਮਝਾਈ ਹੈ, ਪੁੱਤ ਮੈਂ ਹੌਲੀ ਹੌਲੀ ਧਿਆਨ ਕਰਦਾ, ਅੱਜ ਤੋਂ ਬਾਅਦ ਮੈਂ ਜ਼ਹਿਰ ਘਟਾ ਕੇ ਇੱਕ ਦਿਨ ਆਪਣੀ ਜ਼ਿੰਦਗੀ 'ਚੋਂ ਜ਼ਹਿਰ ਕੱਢ ਦੂੰਗਾ। ਔਰ ਉਹਦਾ ਰਿਐਕਟ ਪਤਾ ਕੀ ਹੁੰਦਾ? ਕੱਲ ਨੂੰ ਨਹੀਂ ਜਾਣਾ ਕੈਂਪ 'ਚ, ਅਗਲੀ ਵਾਰ ਕੈਂਪ 'ਚ ਨਹੀਂ ਜਾਣਾ। ਹੁਣ ਦੱਸੋ ਨੁਕਸਾਨ ਕਿਹਦਾ ਹੋਇਆ? ਇਹ ਜਿਹੜੇ ਵੀਰ ਪ੍ਰਬੰਧ ਕਰਦੇ ਨੇ ਤੁਹਾਡੇ ਨਗਰ ਦੇ, ਜਾਂ ਅਸੀਂ ਆ ਜਾਂਦੇ ਹਾਂ ਕੈਂਪ ਲਾਉਣ ਵਾਸਤੇ, ਜੇ ਤੁਹਾਡੇ ਘਰਾਂ ਵਿੱਚੋਂ ਕੋਈ ਬੁਰਾਈ ਨਿਕਲ ਜਾਏਗੀ ਤੇ ਫਾਇਦਾ ਸਾਡਾ ਹੋਏਗਾ ਕਿ ਤੁਹਾਡਾ ਹੋਏਗਾ? ਤੁਹਾਡਾ ਹੀ ਹੋਏਗਾ ਨਾ, ਸਾਡਾ ਕੀ ਫਾਇਦਾ ਹੋਣਾ ਉਹਦੇ 'ਚ? ਹਾਂ, ਅਸੀਂ ਗੁਰੂ ਨਾਨਕ ਦੇ ਘਰ ਦੇ ਕੂਕਰ ਹਾਂ, ਤੇ ਸਾਡੀ ਜ਼ਿੰਮੇਵਾਰੀ, ਕੂਕਰ ਦਾ ਫਰਜ਼ ਹੁੰਦਾ ਹੈ ਉਹ ਅਲਰਟ ਕਰਦਾ ਤੁਹਾਨੂੰ, ਕੁੱਤੇ ਨੇ ਭੌਂਕਣਾ ਹੁੰਦਾ। ਤੇ ਇਹ ਗਰਮੀ ਦੇ ਦਿਨਾਂ ਵਿੱਚ ਨਾ, ਅਸੀਂ ਜਦੋਂ ਲੋਕ ਆਪਣੇ ਘਰਾਂ ਚੋਂ ਨਹੀਂ ਨਿਕਲਦੇ, ਅਸੀਂ ਕੂਕਰ ਬਣ ਕੇ ਵੀ ਲੋਕ ਹੁਣ ਘਰਾਂ ਵਿੱਚ ਹੋਣੇ ਨੇ, ਲੋਕ ਘਰਾਂ ਚੋਂ ਨਹੀਂ ਨਿਕਲਦੇ, ਅਸੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਭੌਂਕ ਕੇ ਤਾਂ ਆਈਏ ਨਾ, ਆਪਣੀ ਡਿਊਟੀ ਤਾਂ ਵਜਾ ਕੇ ਆਈਏ ਨਾ। ਸਾਡਾ ਵੀ ਦਿਲ ਕਰਦਾ, ਅਸੀਂ ਵੀ ਐਸ਼ ਦੀ ਜ਼ਿੰਦਗੀ ਜੀਣਾ ਚਾਹੁੰਦੇ ਆ। ਕਿਉਂ ਪਰੇਸ਼ਾਨ ਹੁੰਨੇ ਆ ਅਸੀਂ? ਕਿਉਂਕਿ ਸਾਨੂੰ ਪੰਜਾਬ ਦਾ, ਸਾਨੂੰ ਤੁਹਾਡੇ ਪਰਿਵਾਰਾਂ ਦਾ, ਤੁਹਾਡੇ ਧੀਆਂ ਪੁੱਤਾਂ ਦਾ ਦਰਦ ਤੜਫਾਉਂਦਾ ਹੈ। ਸਾਡੇ ਤੋਂ ਵੇਖੀਆਂ ਨਹੀਂ ਜਾਂਦੀਆਂ ਇਹ ਗੱਲਾਂ। ਜਦੋਂ ਪਿਛਲੇ ਦਿਨ ਹੀ ਤੁਸੀਂ, ਹੁਣ ਗੱਲ ਲੰਬੀ ਹੋ ਜਾਣੀ ਹੈ, ਇਸ ਬੰਨੇ ਜੇ ਤੁਰ ਪਈ, ਮਾਂ ਬਾਪ ਦੇ ਕਤਲ ਕਰਨ ਤੱਕ ਬੱਚੇ ਗਏ ਨਸ਼ਿਆਂ ਦੇ ਲਈ, ਮਾਂ ਬਾਪ ਦੇ ਕਤਲ ਕਰਨ ਤੱਕ ਬੱਚੇ। ਤੇ ਕਿਸੇ ਮਾਂ ਨੇ ਪੁੱਤ ਇਸ ਕਰਕੇ ਨਹੀਂ ਜੰਮਿਆ ਵੱਡਾ ਹੋ ਕੇ ਮੈਨੂੰ ਮਾਰ ਕੇ ਨਸ਼ੇ ਕਰੇਗਾ। ਕੋਈ ਮਾਂ ਪੁੱਤ ਨੂੰ ਐ ਜਨਮ ਕਿਉਂ ਦੇਗੀ? ਤੇ ਜੇ ਸਾਰੀ ਦੁਨੀਆ 'ਚ ਵਾਪਰਦੀ ਇਹ ਗੱਲ ਤੇ ਆਪਾਂ ਦੁਨੀਆ ਦਾ ਮਸਲਾ ਹੱਲ ਕਰਦੇ। ਪੰਜਾਬ ਅੱਗੇ ਆਉਂਦਾ ਵੀ ਕਿਉਂ ਮਾਵਾਂ ਦੇ ਪੁੱਤ ਮਾਵਾਂ ਦੇ ਵੈਰੀ ਹੋ ਗਏ, ਪਰ ਇਹ ਤੇ ਪੰਜਾਬ 'ਚ ਮਾਵਾਂ ਦੇ ਪੁੱਤ ਮਾਵਾਂ ਦੇ ਵੈਰੀ ਹੋ ਰਹੇ ਨੇ, ਫਿਰ ਸਮਝਾਏ ਕਿਹੜਾ? ਇਹ ਤਕਲੀਫ ਹੈ ਸਾਨੂੰ, ਇਹ ਮੁਸ਼ਕਲ ਹੈ ਸਾਡੀ, ਤੇ ਅਸੀਂ ਆਪਣੇ ਟੱਬਰ 'ਚ ਬਹਿ ਕੇ ਨਾ ਕਰੀਏ ਤੇ ਕਿੱਥੇ ਕਰੀਏ? ਅਸੀਂ ਆਪਣਾ ਪਰਿਵਾਰ ਆ। ਪਤਾ ਨਹੀਂ ਤੁਸੀਂ ਸਾਨੂੰ ਪਰਿਵਾਰ ਮੰਨਦੇ ਹੋ ਕਿ ਨਹੀਂ ਮੰਨਦੇ, ਤੁਹਾਨੂੰ ਇੰਜ ਲੱਗਦਾ ਵੀ ਇਹ ਸਾਡੇ ਧੀਆਂ ਪੁੱਤ ਨੇ, ਪਰ ਸਾਨੂੰ ਐ ਲੱਗਦਾ ਤੁਸੀਂ ਸਾਡੇ ਪਰਿਵਾਰ ਹੋ। ਅਸੀਂ ਆਪਣੇ ਪਰਿਵਾਰ, ਮੇਰੇ ਪਰਿਵਾਰ ਵਿੱਚ ਕੋਈ ਨਸ਼ਾ ਕਰਨ ਲੱਗ ਜਾਏ ਤੇ ਮੈਨੂੰ ਤਕਲੀਫ ਨਹੀਂ ਹੋਏਗੀ, ਪਰ ਜੇ ਮੇਰਾ ਪਰਿਵਾਰ ਵੱਡਾ ਹੈ, ਕਲਗੀਆਂ ਵਾਲੇ ਨੇ ਮੈਨੂੰ ਵੱਡੇ ਪਰਿਵਾਰ ਦਾ ਮੈਂਬਰ ਬਣਾਇਆ ਹੈ, ਤੇ ਜੇ ਮੇਰੇ ਉਸ ਪਰਿਵਾਰ ਵਿੱਚ ਕਿਤੇ ਮੁਸ਼ਕਲ ਹੈ ਤੇ ਮੈਂ ਆਪਣੀ ਐਸ਼ ਦੀ ਜ਼ਿੰਦਗੀ ਜੀਵਾਂ। ਬਹੁਤ ਸਾਰੇ ਬੰਦੇ, ਸਾਨੂੰ ਵੀ ਇੰਨੀ ਇਹੋ ਜਿਹੀ ਗਰਮੀ ਦੇ ਵਿੱਚ ਦਿਨ ਕਿਤੇ ਰਾਤ ਕਿਤੇ, ਸਵੇਰ ਕਿਤੇ ਦੁਪਹਿਰ ਕਿਤੇ, ਸਾਡਾ ਬਤੀਤ ਕਰਨ ਨੂੰ ਦਿਲ ਨਹੀਂ ਕਰਦਾ।
पर की करिए, साडा घर उजड़ रहा है, साडा परिवार तबाह हो रहा है, साडे बच्चे कुराए पै रहे हैं, साडी आने वाली जनरेशन नेरे विच है, साडियां बच्चियां खतरे विच ने, साडियां भैणां, असी दावा करने वाले लोग सां कि असी बगानियां दियां पत्तां बचाउने आ, असी बगानियां दियां इज्जतां बचाउने आ, हुण साडे तो अपनियां दियां नहीं बचदियां। कोई पिंड, कोई शहर पंजाब दा कोई बंदा ये कहे साडी भैन रात नूं 7 वजे तो बाहर होवे ते सानूं सुख दी नींद आ जाती है। 7 वजे छड्डो, दिने दुपहरे तुहाडीआं बच्चियां कॉलेज पढ़न गईयां होण, जिन्ना चिर तक घर दी दहलीज नहीं लंघ जांदियां तुहानूं पानी दा घुट नहीं लंघदा। किवें सौ लैंदे हो तुसी किवें सुकून दी जिंदगी साडे तो नहीं जी जाती। सानूं परेशानी है इस गल दी। रात के 12 वजे होण, 2 वजे होण, 4 वजे होण, दोपहर होवे, असीं माण नाल कह सकीए ये पंजाब है गुरां दा, इत्थे किसे दी वाह वल कोई नहीं वेख सकदा। ये पीड़ा है साडी। ते बच्चियां ने, मैं गल इत्थों शुरू कीती सी, बहुत घट समय हुंदे ने जदों बच्चे तोतली जुबान नाल अपने वडेरियां दी बात तुहानूं दसदे ने। छोटा जिहा बच्चा हुणे इत्थे पुरातन सिखां दी ते मौजूदा सिखां दी गल कर रहा सी। मेरियां भैणां छोटियां छोटियां हुणे तुहानूं इतिहास दी वो बात सुना रही सन कि तेरे वास्ते तखत होणगे, तेरे वास्ते ताज होणगे, तेरे वास्ते महल होणगे, असीं माछीवाड़े दे वारस हां, असीं चमकौर दीआं गढ़ियां दा इतिहास है साडा। ते 7 साल दा बच्चा, कदी महसूस करोगे की तकलीफ सी फतेह सिंह नूं 7 साल की उम्र विच शहादत दा जाम पी गया, मरना कबूल कर लिया उस बच्चे ने। उहदा दिल नहीं सी करदा जीण नूं? कि माता गुजर कौर दा जी नहीं सी करदा उहदे पोते जीण? किहड़ी दादी है दुनिया दी जिहड़ी पोतरियां दी लाश वेख सकदी है? ये ठीक है? अज समाज ने रंग इदां दा चढ़ा लिया, असीं दादियां दा, पोतरियां दा, पोतियां दा रिश्ता विगाड़ के रख दिता है। अज असीं दादी ते पोते नूं दूर करता है, दादी ते पोता लागे ही नहीं रह गए। अज एक शब्द साडी जुबान ते किसी ने लै आंदा है, पढ़े लिखे मॉडर्निटी दे पहाड़ा किसी ने पढ़ा दिता है सानूं, मॉडर्न युग दा पाठ किसी ने पढ़ाता है। असीं सैपरेट रहना चाहुंदे आ। सैपरेट रहण दे नाल मुसीबतां भी बहुत वड्डियां नाल आउणीਆਂ ने। ये गल चेते रखियो, मैं पिछले दिनी भी परसों भी कहा सी तुहानूं। तुहाडे च पढ़े लिखे वीर बैठे ने, मेरियां भैणां पढ़ियां लिखियां बैठियां ने। पूरी दुनिया च ना अज पूरी दुनिया च बंदियां नूं समस्या है, वो डिप्रैशन का शिकार ने, मानसिक रोगी हो गया समाज साडा, मानसिक रोगी। तो वो मानसिक रोगी जिहड़े लोग ने ना, वो 2-2 4-4 हज़ार रुपया ट्यूशन फीस दे के टीचरां दे कोलों मानसिक पੱਧਰ ਉੱਚਾ चुकण की दवाई लैण जांदे ने। मानसिक पੱਧਰ ਉੱਚਾ हो जाए साडा। ते गुरु नानक साहब पातशाह जी ने 38 पौड़ियां जपजी साहब दियां तुहानूं लिख के दित्तियां ने, जिहड़ियां सवेरे पढ़दे हो वो साडा मानसिक पੱਧਰ नहीं ਉੱਚਾ करदियां, पर असीं ध्यान ही नहीं दिंदे। दादियां पुत पोतरियां दा मानसिक पੱਧਰ ਉੱਚਾ करदियां ने। तुहानूं लगदा होएगा कईयां नूं कि दादियां अनपढ़ होंदियां ने। जिन्नी एनर्जी, जिन्नी पॉजिटिव वे, जिन्ना मोटिवेशनल दादियां करदियां ने ना पुत पोतरियां नूं, दुनिया च कोई नहीं जे कर सक। इदां दा टीचर नहीं लभना किते भी। उन्हां दे तरीके ते ढंग अपने सन। निके निके बच्चियां नूं अपने कोल बिठा के दादियां बातां सुणाउंदियां हुंदियां सन, कहानियां सुणाउंदियां हुंदियां। और कहानियां तुसीं किसे कहानी नूं शुरू कर लो, उन्हां कहानियां दा मतलब हुंदा सी बच्चियां दा मानसिक लैवल ਉੱਚਾ चुकना। छोटियां छोटियां कहानियां। एक छोटा जिहा बच्चा कहंदा मैं नानके जाना है, ते मां ने कहा पुत कल्ला किवें जाएगा? ते उन्हें कहा मां मैनूं घल दिओ। मां ने फिर कहा पुत जे तेनों राह च कोई मिल गया तो उन्होंने फिर की कहेगा? उन्होंने कहीं
मैं नानके जाऊंगा, मोटा होके आऊंगा, मैनू आउंदियां नूं खा ली। शायद तुसीं दादियां तो सुनी होएगी गल भी रस्ते च बच्चे नूं बघियाड़ मिल गया, वो कहंदा मैं तैनूं खाना है। बच्चे ने कहा मैं नानी पिंड जाऊंगा, मोटा होके आऊंगा। आउंदे नूं हुण तरीका सी ना भी एक मुसीबत चों किवें निकलना। अज सानूं थोड़ी ये गल्लां पता ने। फिर दादी तो सिक्ख्या लै गया, दादी दी सिक्ख्या जांदियां बचा गई। उत्थे नानी कोल गया, आउंदियां नानी ने सिक्ख्या दित्ती ते नानी दी सिक्ख्या आउंदियां बचा के लिआई। अज बच्चे दादी कोलों नानी कोल जाण ते पहला शब्द साडीआं समस्यावां पहला शब्द नानी दा हुंदा है, मेरा पुੱਤ ते सुੱਕ ही गया है, दादी लगदा है खाण नूं रोटी। ਅਸੀਂ ਨੈਗੇਟਿविटी भी बहुत पैदा करदे ਹਾਂ। सो इसलिए बहुत घट समय हुंदे ने जदों बच्चे तुहाडे नाल तोतली जुबान विच अपने इतिहास दीयां बातां करदे ने। बच्चियां कविता पढ़ रही सन, रंगरेटा गुरु का बेटा, तो मैं बैठा सोच रहा सी असी रंगरेटा भी एक जात बना लई है। रंगरेटा कोई जात नहीं है। मैनूं नहीं पता किहड़ी किताब चों पढ़िया भी रंगरेटा जात है। गुरु ने बाबा जीवन सिंह जी नूं रंगरेटा कह के ते अपना पुੱਤ कह के गले नाल ला लिया। विधि चंद सीना, सीना कोई जात है? विधि चंद सीना गुरु दा सीना। भाई बहलो सब तो बहलो की है हुण, पर ना सानू किसी ने दसना है, ना असी समझना है, ना असी उन्हां दियां मतलब तहकीकी गहराइयां तक जाना है। अपने अपने रंग गुरु नानक दा बूटा, गुरु नानक दी सिੱਖੀ उदण बचनी है जिदण तुसी एक गुरु दे चरणां च सीस झुका के अपना सारा पिंड एक कर लोगे। जे तुहानू पिंड एक करना नहीं आउंदा, तुहानू अपने घर दे मैंबर एक करने नहीं आउंदे, तुहानू अपना भाईचारक सांझ बनाउणी नहीं आउंदी, फिर दावे ना करया करो असी दुनिया बदल देंगे। सो बच्चियां ने बहुत सोहणे ढंग नाल कवितावां तोतली जुबान नाल सांझियां कीतियां ने। ते एक शब्द बच्चियां ने वो भी कविता च वरतिया सी, अड्डे बन गए बदमाशी दे शह इन्नी इत्थे डेरियां नूं। डेरे पंजाब विच ही क्यों ने? भारत तो बहुत वड्डा है, हर डेरा पंजाब च ही क्यों बनता? क्योंकि प्रॉब्लम तुहाडे तो है। जे तुसी पैरां सिर हो गए, तुसी गुरु दे हो गए, तुसी गुरु वाले बन गए, तो तुसी कल्ले नहीं गुरु वाले रह जाना। फिर तुहाडे च एक आदत है, तुसी खावें खर्चें रल मिल भाई तोट ना आवे, तुसी अगे नूं तुर पैना। इस करके अगलियां ने तुहाडियां जड़ां खोखलियां करन दी प्लैनिंग कर ली, पहले ही तैयार कर लिया तुहानूं कि किते आला दुआला ना पैरां सिर कर दिओ तुसी। ਜਿਹੜੇ ਬੰਦੇ इस गल ਨੂੰ ध्यान नाल नहीं समझणगे, अज वक्त बड़े नाजुक दौर विचों लंघ रहे हैं असीं। जे तुसीं गंभीरता नाल लओगे ना, बड़े नाजुक दौर विच लंघ रहे हैं। साडा धर्म मखौल बन गया है, साडे सिर दी दस्तार मजाक बन गई है, साडे पंजाब दा सभ्याचार मजाक बन गया है। साडी मिट्टी ते सवाल ने, साडे पानी ते सवाल ने, तुहाडी बोली ते सवाल ने। तुहानू अपनी बोली भुल रही है, तुहानू अपना कल्चर भुल रहा है, तुहानू अपना सभ्याचार भुल रहा है, तुहानू अपनियां ओ महान आदर्श परंपरिक विचारधारावां भुल रही ने, जिन्हां करके तुसीं 1.25 लाख दे मुकाबले ते कल्ले कल्ले हुंदे सी। कदे कल्ला ही 1.25 लाख दे मुकाबले ते एवें थोड़ी गल्लां बड़ियां सन। अगले कहते से सिख एक होवे ते 1.25 लाख के बराबर हुंदा है। फिर तुसीं अपने बच्चों नूं ये तैयारी क्यों नहीं कराउंदे? अज बच्चा एक तोतली जुबान च भी कह रहा सी भी मैं माड़े काम तो दूर रहना ते चंगे काम च मशहूर रहना। माड़े काम तो दूर रहना ते चंगे काम च मशहूर रहना। माफ करियो मैनू,
ਅੱਜ ਸਾਡੇ ਬੱਚਿਆਂ ਦੇ ਕਿੰਨੇ ਕੁ ਚੰਗੇ ਕੰਮ ਤੁਹਾਨੂੰ ਲੋਕ ਆਣ ਕੇ ਦੱਸਦੇ ਨੇ ਵੀ ਤੁਹਾਡੇ ਪੁੱਤ ਦਾ ਆਹ ਕੰਮ ਬੜਾ ਕਮਾਲ ਦਾ, ਤੁਹਾਡੀ ਧੀ ਦਾ, ਤੁਹਾਡੇ ਬੱਚੇ ਦਾ, ਇਹਨੇ ਇਸ ਜਗ੍ਹਾ ਤੇ ਆਹ ਗੱਲ ਬੜੀ ਕਮਾਲ ਦੀ ਕੀਤੀ ਹੈ। ਕੋਈ ਦੱਸਦਾ ਆਣ ਕੇ? ਤਾਂ ਅਲੋਪ ਹੋ ਗਈਆਂ ਨੇ ਚੀਜ਼ਾਂ। ਸੋ ਉਸ ਲਈ ਅਸੀਂ ਇਹ ਸਾਰੇ ਰਲ ਮਿਲ ਕੇ ਇੱਕ ਯਤਨ ਕਰਦੇ ਹਾਂ ਤੇ ਹੱਥ ਜੋੜ ਕੇ ਇੱਕ ਅਪੀਲ ਕਰਦੇ ਹਾਂ ਤੁਹਾਡੇ ਚਰਨਾਂ 'ਚ, ਆਓ ਰਲ ਮਿਲ ਕੇ ਇਸ ਪੰਜਾਬ ਨੂੰ ਗੁਰਾਂ ਦਾ ਪੰਜਾਬ ਬਣਾਈਏ। ਸਾਨੂੰ ਪਹਿਰੇਦਾਰ ਤੇ CCTV ਕੈਮਰੇ ਨਹੀਂ ਚਾਹੀਦੇ, ਸਾਨੂੰ ਇਖਲਾਕ ਚਾਹੀਦੇ ਨੇ, ਸਾਨੂੰ ਕਿਰਦਾਰ ਚਾਹੀਦੇ ਨੇ। ਅਸੀਂ ਡਰ ਨਾਲ ਜੀਣ ਵਾਲੇ ਲੋਕ ਨਹੀਂ ਆ। ਸਾਨੂੰ ਜੇ ਡਰਾ ਕੇ ਧਰਮੀ ਬਣਾਇਆ ਤੇ ਕੀ ਧਰਮੀ ਬਣਾਇਆ? ਆ ਤੁਸੀਂ ਗੁਰਦੁਆਰੇ ਬੈਠੇ ਹੋ, ਮੈਨੂੰ ਲੱਗਦਾ CCTV ਕੈਮਰਾ ਲੱਗਾ ਹੋਣਾ ਇੱਥੇ। ਅਸੀਂ ਇਸ ਦਰਵਾਜ਼ੇ ਦੇ ਅੰਦਰ ਵੀ ਵਫਾਦਾਰ ਨਹੀਂ ਆ। ਅਸੀਂ ਦੁਨੀਆ ਨਾਲ ਵਫਾਦਾਰੀ ਕਿੱਦਣ ਕਰਨੀ ਹੈ? ਅਸੀਂ ਇਸ ਗੁਰੂ ਦੇ ਵੀ ਵਫਾਦਾਰ ਨਹੀਂ ਆ। ਆਪਣੀ ਮਰਜ਼ੀ ਨਾਲ ਬੰਦਾ ਗੋਲਕ 'ਚ ਪੈਸਾ ਪਾਉਂਦਾ ਹੈ, ਆਪਣੀ ਮਰਜ਼ੀ ਨਾਲ, ਪਰ ਕਿਸੇ ਵੀ ਦੁਨੀਆ ਦੇ ਗੁਰਦੁਆਰੇ ਦਾ ਇੱਕ ਵੀ ਗੋਲਕ ਵਿਖਾ ਦਿਓ ਜਿੱਥੇ ਜਿੰਦਰਾ ਨਾ ਲੱਗਾ ਹੋਵੇ। ਡਰ ਕਿਹਦੇ ਤੋਂ ਹੈ? ਖਤਰਾ ਕਿਹਦੇ ਤੋਂ ਹੈ? ਤੇ ਅਸੀਂ ਕਦੀ ਦੁਨੀਆ ਸਿਰਜੀ ਸੀ ਜਦੋਂ ਸੋਨੇ ਦੀਆਂ ਦੁਕਾਨਾਂ ਨੂੰ ਜਿੰਦਰੇ ਨਹੀਂ ਸੀ ਲੱਗਦੇ। ਮੇਰੇ ਨਾਲ ਵੀਰ ਨਵਨੀਤ ਸਿੰਘ ਨੇ, UP ਤੋਂ ਨੇ ਵੀਰ ਨਵਨੀਤ ਸਿੰਘ, ਸਾਡੇ ਪ੍ਰਚਾਰਕ ਵੀਰ ਨੇ। ਅਸੀਂ ਬੈਠੇ ਗੱਲਾਂ ਕਰਦੇ ਸਾਂ ਦਿਨੇ, ਇੱਥੇ ਤੁਹਾਡੇ ਦੁਆਬੇ ਹੀ ਜੋੜੇ ਪਿੰਡ ਸਾਂ ਅਸੀਂ, ਤੇ ਉਹ ਵੀਰ ਦੱਸਦੇ ਸੀ, ਕਹਿੰਦੇ ਅੱਖ ਝਮਕਣ ਨਾਲ ਚੋਰੀਆਂ ਹੁੰਦੀਆਂ ਨੇ ਇੱਥੇ, ਅੱਖ ਝਮਕਣ ਨਾਲ। ਬੰਦੇ ਨੇ ਮੂੰਹ ਐਨੂੰ ਕੀਤਾ, ਮਗਰੋਂ ਚੋਰੀ ਹੋ ਗਈ। ਤੇ ਵੀਰ ਨਵਨੀਤ ਸਿੰਘ ਦੱਸਦੇ ਸੀ, ਅਸੀਂ UP 'ਚ ਰਹਿੰਦੇ ਆ, ਪਰ ਰਾਤ ਦੇ 12 ਵਜੇ 1 ਵਜੇ 2 ਵਜੇ ਬੰਦਾ ਆ ਜਾਏ, ਕੋਈ ਰੌਲਾ ਨਹੀਂ ਹੈ ਉੱਥੇ। ਤੁਸੀਂ ਜੇ ਤੁਹਾਡਾ ਕੋਈ ਸੱਜਣ ਮਿੱਤਰ ਰਾਜਸਥਾਨ 'ਚ ਰਹਿੰਦਾ ਹੈ ਨਾ, ਉਹਨਾਂ ਨੂੰ ਫੋਨ ਕਰਕੇ, ਜੇ ਕੋਈ ਰਿਸ਼ਤੇਦਾਰ ਰਹਿੰਦਾ, ਪ੍ਰਚਾਰਕ ਵੀਰ ਬੈਠੇ ਨੇ, ਗਗਨਦੀਪ ਸਿੰਘ ਇੱਥੇ ਪ੍ਰਚਾਰਕ ਦੀ ਸੇਵਾ ਕਰਕੇ ਗਿਆ, ਵੀਰ ਗਗਨਦੀਪ ਸਿੰਘ ਨੂੰ ਪੁੱਛ ਕੇ ਵੇਖਿਓ, ਉਹਨਾਂ ਦੇ ਟਰੈਕਟਰ ਖੇਤਾਂ 'ਚ ਹੀ ਖੜੇ ਰਹਿੰਦੇ ਨੇ ਸਾਰੀ ਰਾਤ। ਅਰੇ ਪੰਜਾਬ ਇਦਾਂ ਕਿਉਂ ਹੋਇਆ? ਕੀ ਅਸੀਂ ਇੰਨੇ ਭੈੜੇ ਆ? ਨਹੀਂ, ਉਹਦੇ ਪਿੱਛੇ ਫਿਰ ਉੱਥੇ ਹੀ ਆ ਜਿਓ, ਚਲਾਕੀ ਦੇ ਨਾਲ, ਸ਼ਰਾਰਤ ਦੇ ਨਾਲ ਤੁਹਾਡੇ ਪੰਜਾਬ ਨੂੰ ਬਦਨਾਮ ਕਰਨ ਲਈ। ਤੁਹਾਡੇ ਪੰਜਾਬ ਦੇ ਬਾਰੇ ਤੁਸੀਂ ਦਾਅਵੇ ਬੜੇ ਕਰਦੇ ਹੋ, ਅਸੀਂ ਸੋਨੇ ਦੀਆਂ ਦੁਕਾਨਾਂ ਦੇ ਜਿੰਦਰੇ ਖੁੱਲੇ ਰੱਖੇ ਸੀ 100 ਸਾਲ ਪਹਿਲਾਂ। ਤੁਸੀਂ ਦਾਅਵੇ ਕਰਦੇ ਹੋ ਅਸੀਂ ਲੋਕਾਂ ਦੀਆਂ ਇੱਜ਼ਤਾਂ ਬਚਾ ਬਚਾ ਕੇ ਘਰ ਛੱਡ ਕੇ ਆਏ ਆ। ਅਗਲੇ ਇਤਿਹਾਸ ਬਣਾ ਰਹੇ ਨੇ, ਅਗਲੇ, ਤੁਸੀਂ ਇਤਿਹਾਸ ਭੁੱਲ ਰਹੇ ਹੋ, ਅਗਲੇ ਇਤਿਹਾਸ ਬਣਾ ਰਹੇ ਨੇ। ਆਉਣ ਵਾਲੇ 20 ਸਾਲਾਂ ਬਾਅਦ ਜਦੋਂ ਤੁਸੀਂ ਕਿਹਾ ਕਰੋਗੇ ਨਾ ਅਸੀਂ 17ਵੀਂ ਸਦੀ 'ਚ ਲੋਕਾਂ ਦੀਆਂ ਇੱਜ਼ਤਾਂ ਬਚਾਈਆਂ, ਅਗਲੇ ਕਿਆ ਕਰਨਾ 21ਵੀਂ ਸਦੀ 'ਚ ਤੁਹਾਡੇ ਆਪਣਿਆਂ ਨੇ ਇੱਜ਼ਤਾਂ ਰੋੜੀਆਂ ਕਿੰਨੀਆਂ ਨੇ, ਇਹ ਵੀ ਦੱਸੋ ਲੋਕਾਂ ਨੂੰ। ਤੇ ਮੇਰੇ ਵਰਗੇ ਬੰਦੇ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲਿਆ ਕਰਨੀ ਮਾਈਕ ਤੇ ਖਲੋਤੇ ਦੀ, ਫਿਰ ਮੇਰਾ ਅੰਦਰ ਹਿੱਲਿਆ ਕਰਨਾ ਜਦੋਂ ਅਸੀਂ ਕਵਾਂਗੇ ਅਸੀਂ ਸੋਨੇ ਦੀ ਦੁਕਾਨ ਨੂੰ, ਸਾਡੇ ਪੁਰਖਿਆਂ ਨੇ ਐਸਾ ਰਾਜ ਕਾਇਮ ਕੀਤਾ, ਸੋਨੇ ਦੀ ਦੁਕਾਨ ਨੂੰ ਜਿੰਦਰਾ ਨਹੀਂ ਸੀ ਵੱਜਦਾ। ਅਗਲੇ ਕਹਿਣਗੇ ਭਾਈ ਸਾਹਿਬ ਜੀ ਤੁਸੀਂ 17ਵੀਂ 18ਵੀਂ ਸਦੀ ਦੀਆਂ ਗੱਲਾਂ ਕਰਦੇ ਹੋ, 21ਵੀਂ ਸਦੀ 'ਚ ਬਿਜਲੀ ਦੇ ਟਰਾਂਸਫਾਰਮਰ ਚੋਰੀ ਹੁੰਦੇ ਸਨ ਪੰਜਾਬ ਵਿੱਚ, ਤਾਰਾਂ ਚੋਰੀ ਕਰ ਲੈਂਦੇ ਸਨ ਲੋਕ। ਉਹ ਕਿਉਂ ਨਹੀਂ ਦੱਸਦੇ ਲੋਕਾਂ ਨੂੰ? ਸ਼ਾਇਦ ਸਾਨੂੰ ਪਤਾ ਨਹੀਂ, ਜਾਂ ਅਸੀਂ ਅਣਜਾਣ ਪੜੇ, ਜਾਂ ਸਾਡੇ ਧਾਰਮਿਕ ਬੰਦੇ ਕਿਸੇ ਗਾਫਲਤਾ ਦੀ ਨੀਂਦ 'ਚ ਸੌਂ ਗਏ ਨੇ, ਜਾਂ ਉਹਨਾਂ ਨੂੰ ਸੁੱਖ ਸਹੂਲਤਾਂ ਨੇ ਮੁੱਲ ਖਰੀਦ ਲਿਆ। ਕਿਸੇ ਬੰਦੇ ਦਾ ਜੀ ਨਹੀਂ ਕਰਦਾ। ਕੌਣ ਪਿੰਡ 'ਚ ਆਉਣਾ ਚਾਹੁੰਦਾ? ਕੌਣ ਇਦਾਂ ਲੋਕਾਂ 'ਚ ਬਹਿਣਾ ਚਾਹੁੰਦਾ ਹੈ? ਸੋਸ਼ਲ ਮੀਡੀਆ ਤੇ ਬਹਿ ਕੇ, ਸਪੀਕਰਾਂ ਤੇ ਬਹਿ ਕੇ, ਯੂਟਿਊਬਰ ਬਣ ਕੇ ਬਹੁਤ ਵਧੀਆ ਖਿਆਲ ਦਿੱਤੇ ਜਾ ਸਕਦੇ ਨੇ, ਕਿਉਂਕਿ ਬੰਦ ਕਮਰੇ 'ਚ AC 'ਚ ਬਹਿ ਕੇ ਦੇਣੇ ਨੇ। ਇਦਾਂ ਲੋਕਾਂ 'ਚ ਵਿਚਰ ਕੇ ਗੱਲ ਕਰਨੀ ਜਿੰਨੀ ਔਖੀ ਹੈ ਨਾ, ਇਹ ਸ਼ਾਇਦ ਅੰਦਾਜ਼ਾ ਉਦੋਂ ਹੀ ਲੱਗਦਾ ਜਦੋਂ ਤੁਸੀਂ ਲੋਕਾਂ ਵਿੱਚ ਵਿਚਰਦੇ ਹੋ। ਪਰ ਅਗਲਿਆਂ ਨੇ ਸਿਰਜ ਲਿਆ ਸਾਰਾ ਕੁਝ। ਉਹ ਕਹਿੰਦੇ ਨੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ। ਆਪਣੇ ਬੱਚੇ ਹੈ ਨਹੀਂ, ਦੂਜਿਆਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ। ਕਿਸੇ ਸਾਧ ਦੇ ਬੱਚੇ ਹੈਗੇ ਨੇ, ਉਹਨੂੰ ਕੀ ਪਤਾ ਬੱਚੇ ਦੀ ਤਕਲੀਫ ਕੀ ਹੁੰਦੀ ਹੈ? ਉਹਨੂੰ ਕੀ ਪਤਾ ਜਦੋਂ ਪੁੱਤ ਤੇ ਧੀ ਘਰੋਂ ਬਾਹਰ ਨਿਕਲਦਾ ਤੇ ਮਾਂ-ਬਾਪ ਦੇ ਦਿਲ ਤੇ ਕੀ ਬੀਤਦੀ ਹੈ ਭਲਾ? ਉਹਨਾਂ ਦਾ ਕੀ ਹੈ? ਚੇਲੇ ਨੇ, ਇੱਕ ਨਹੀਂ ਆਏਗਾ ਦੂਜਾ ਆ ਜਾਏਗਾ, ਦੂਜਾ ਨਹੀਂ ਆਏਗਾ ਤੀਜਾ ਆ ਜਾਏਗਾ। ਪੈਰ ਹੀ ਘਟਾਉਣੇ ਨੇ, ਬਥੇਰੀ ਦੁਨੀਆ ਉਹਨਾਂ ਕੋਲ। ਪਰ ਜਿੱਦਣ ਮਾਂ ਦਾ ਪੁੱਤ ਘਰ ਨਹੀਂ ਨਾ ਮੁੜੇਗਾ, ਉਦੋਂ ਕਿਸੇ ਦੂਜੇ ਦੇ ਸਿਰ ਤੇ ਹੱਥ ਰੱਖ ਕੇ ਤੇ ਨਹੀਂ ਨਾ ਕਹਿ ਸਕਦੀ ਮੇਰਾ ਪੁੱਤ ਹੈ।
ਜਿੱਦਣ ਕਿਸੇ ਮਾਂ ਦੀ ਧੀ ਕਿਸੇ ਮੁਸ਼ਕਲ ਵਿੱਚ ਪੈ ਜਾਏਗੀ ਨਾ, ਉਹ ਤਾਂ ਨਹੀਂ ਨਾ ਕਹਿ ਸਕਦੀ ਵੀ ਮੇਰੇ ਵਾਸਤੇ ਸਾਰੀਆਂ ਧੀਆਂ ਨੇ, ਕਿਉਂਕਿ ਇਹ ਫੀਲ ਮਾਂ ਹੀ ਕਰ ਸਕਦੀ ਹੈ, ਇਹ ਪਿਤਾ ਹੀ ਕਰ ਸਕਦਾ ਹੈ। ਤੇ ਸਾਡੀ ਕੌਮ ਦੀ ਬਦਕਿਸਮਤੀ, ਅਸੀਂ ਧਾਰਮਿਕ ਆਗੂ ਬਹੁਤ ਗਿਣਤੀ 'ਚ ਉਹ ਬਣਾ ਲਏ ਨੇ ਜਿਨ੍ਹਾਂ ਦੇ ਆਪਣੇ ਧੀਆਂ ਪੁੱਤ ਨਹੀਂ ਹਨ, ਜਿਨ੍ਹਾਂ ਦੇ ਆਪਣੇ ਬੱਚੇ ਨਹੀਂ ਹਨ। ਮੈਂ ਬੜੀ ਵਾਰ ਕਹਿੰਦਾ ਹੁੰਨਾ, ਮਾਂ ਦੀ ਫੀਲਿੰਗ, ਮਾਂ ਦਾ ਅਹਿਸਾਸ ਸ਼ਬਦਾਂ ਵਿੱਚ ਬਿਆਨ ਹੋ ਹੀ ਨਹੀਂ ਸਕਦਾ। ਬਾਪ ਦੀ ਪੀੜ ਕੋਈ ਬੰਦਾ ਸ਼ਬਦਾਂ 'ਚ ਬਿਆਨ ਕਰ ਸਕਦਾ ਹੈ ਵੀ ਬਾਪ ਦੀ ਫੀਲਿੰਗ ਕੀ ਹੁੰਦੀ ਹੈ? ਸੋ ਗੁਰੂ ਕੇ ਪਿਆਰਿਓ, ਬਹੁਤ ਕੁਝ ਹੈ ਤੁਹਾਡੇ ਨਾਲ ਕਹਿਣ ਵਾਲਾ, ਤੁਹਾਡੇ ਨਾਲ ਗੱਲਾਂ ਕਰਨ ਵਾਲਾ, ਬਹੁਤ ਕੁਝ ਹੈ। ਅਸੀਂ ਬਹੁਤ ਕੁਝ ਅੰਦਰ ਪੀ ਬੈਠੇ ਹਾਂ। ਸਾਨੂੰ ਦਿਸਦਾ, ਪਤਾ ਨਹੀਂ ਤੁਹਾਨੂੰ ਦਿਸਦਾ ਕਿ ਨਹੀਂ ਦਿਸਦਾ ਆਲੇ ਦੁਆਲੇ, ਪਰ ਸਾਨੂੰ ਦਿਸਦਾ ਹੈ। ਇਸ ਕਰਕੇ ਨਹੀਂ ਨੀਂਦ ਆਉਂਦੀ, ਸਾਨੂੰ ਬੇਚੈਨੀ ਹੁੰਦੀ ਹੈ। ਤੇ ਆਓ ਆਪਣੇ ਆਪ ਨੂੰ ਅਸੀਂ ਸੱਚੀ ਮੁੱਚੀ ਗੁਰੂ ਦੇ ਪੁੱਤ ਧੀਆਂ ਬਣ ਕੇ ਇਸ ਪੰਜਾਬ ਨੂੰ ਗੁਰਾਂ ਦਾ ਪੰਜਾਬ ਬਣਾਉਣ ਦੀ ਪ੍ਰੈਕਟਿਸ ਕਰੀਏ, ਅਭਿਆਸ ਕਰੀਏ। ਅਸੀਂ ਇਹ ਨਾ ਹੋਵੇ ਅਸੀਂ ਇਤਿਹਾਸ ਤੇ ਮਾਣ ਕਰਦੇ ਰਹੀਏ ਤੇ ਅਗਲੇ ਤੁਹਾਡਾ ਇਤਿਹਾਸ ਨਵਾਂ ਸਿਰਜ ਜਾਣ ਤੁਹਾਨੂੰ, ਤਾਂ ਕਿ ਉਹਦੇ ਪੈਰਲਲ ਇੱਕ ਵਧੀਆ ਇਤਿਹਾਸ ਤੇ ਇੱਕ ਘਟੀਆ ਇਤਿਹਾਸ। ਜਦੋਂ ਤੁਸੀਂ ਕਹੋ ਸਾਡਾ ਮਾਣ ਮੱਤਾ ਇਤਿਹਾਸ ਆ ਹੈ, ਫਿਰ ਅਗਲੇ ਕਹਿਣ ਇਹਦੇ ਬਾਰੇ ਗੱਲ ਕਿੰਨੇ ਕਰਨੀ ਹੈ। ਸ਼ਾਇਦ ਅਸੀਂ ਅਣਜਾਣ ਪੁੜੇ ਵਿੱਚ ਆ। ਤਾਂ ਮੈਂ ਬੇਨਤੀ ਕੀਤੀ ਸੀ, ਮਾਵਾਂ ਮਾਪੇ ਬੱਚਿਆਂ ਦੀਆਂ ਗਲਤ ਗੱਲਾਂ ਨਾਲ ਖੁਸ਼ ਨਾ ਹੋਇਆ ਕਰੋ। ਜੇ ਤੁਸੀਂ ਬੱਚਿਆਂ ਦੀ ਘਾੜਤ ਘੜਨੀ ਹੈ, ਬਾਣੀ 'ਚ ਲਿਖਿਆ ਮਹਾਰਾਜ ਨੇ, ਰੱਬ ਧਰਤੀ ਤੇ ਉੱਤੇ ਜੇ ਹੈਗਾ ਤੇ ਮਾਂ ਹੈ। ਰੱਬ ਹੋਏਗਾ ਕੋਈ, ਪਰ ਜੇ ਧਰਤੀ ਤੇ ਰੱਬ ਹੈਗਾ ਉਹ ਮਾਂ ਹੈ। ਧਰਤੀ ਤੇ ਜੇ ਕੋਈ ਰੱਬ ਹੈਗਾ ਤੇ ਉਹ ਪਿਓ ਹੈ। ਤੇ ਤੁਸੀਂ ਇਹ ਨਾ ਸੋਚੋ ਤੁਹਾਡੇ ਬੱਚੇ ਸਿੱਖਿਆ ਨਾਲ ਸਿਆਣੇ ਹੋ ਜਾਣਗੇ। ਬੱਚੇ ਤੁਹਾਨੂੰ ਵੇਖ ਕੇ ਸਿਆਣੇ ਹੋਣਗੇ, ਤੁਹਾਨੂੰ ਰੋਲ ਮਾਡਲ ਮੰਨਦੇ ਨੇ। ਮਾਪਿਆਂ ਦਾ ਪਹਿਲਾ ਰੋਲ ਮਾਡਲ ਮਾਪੇ ਹੁੰਦੇ, ਬੱਚਿਆਂ ਦਾ ਰੋਲ ਮਾਡਲ ਪਹਿਲਾ ਮਾਪੇ ਹੁੰਦੇ ਨੇ। ਉਹ ਸਾਨੂੰ ਕਾਪੀ ਕਰਦੇ ਨੇ, ਸਾਨੂੰ ਜਿਉਂਦੇ ਨੇ ਉਹ, ਔਰ ਜਿਉਣਾ ਵੀ ਚਾਹੀਦਾ। ਮੈਂ ਤਾਂ ਕਹਿੰਦਾ, ਸਾਹਿਬਜ਼ਾਦੇ ਕਿਹਦੇ ਵਰਗੇ ਸਨ? ਉੱਚੀ ਬੋਲ ਕੇ ਦੱਸਿਓ ਮੈਨੂੰ, ਸਾਹਿਬਜ਼ਾਦੇ ਕਿਹਦੇ ਵਰਗੇ ਸਨ? ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਕਿਹਦੇ ਵਰਗੇ ਸਨ? ਗੁਰੂ ਗੋਬਿੰਦ ਸਿੰਘ, ਉੱਚੀ ਬੋਲੋ, ਗੁਰੂ ਗੋਬਿੰਦ ਸਿੰਘ ਵਰਗੇ। ਕਦੀ ਗੁਰੂ ਗੋਬਿੰਦ ਸਿੰਘ ਨੇ ਇਹ ਨਹੀਂ ਕਿਹਾ ਹੋਣਾ ਪੁੱਤ ਉਹਦੇ ਵਰਗੇ ਬਣੋ। ਕਲਗੀਆਂ ਵਾਲੇ ਨੇ ਇਹ ਕਿਹਾ ਹੋਣਾ ਵੀ ਬਸ ਧਿਆਨ ਰੱਖਿਓ। ਤੇ ਅਸੀਂ ਵੀ ਇੱਥੇ ਖੜੀਏ ਆਪਣੇ ਆਪ ਨੂੰ, ਪੁੱਤ ਧੀਆਂ ਸਾਨੂੰ ਆਪਣੇ ਰੋਲ ਮਾਡਲ ਮੰਨਣ। ਤੁਸੀਂ ਆਪਣੇ ਬੱਚਿਆਂ ਲਈ ਰੋਲ ਮਾਡਲ ਹੋ, ਆਈਡੀਅਲ ਹੋ ਤੁਸੀਂ ਆਪਣੇ ਬੱਚਿਆਂ ਦੇ। ਜਿਹੜੇ ਮਾਪੇ ਬੱਚਿਆਂ ਲਈ ਆਈਡੀਅਲ ਨਹੀਂ ਬਣ ਸਕਣਗੇ, ਉਹ ਮਾਪੇ ਅੱਜ ਦੀ ਤਵਾਰੀਖ ਵਿੱਚ ਫੇਲ ਹੋ ਜਾਣਗੇ। ਬਹੁਤ ਵੱਡੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਅਸੀਂ ਉਸ ਜ਼ਿੰਮੇਵਾਰੀ ਦਾ ਅਹਿਸਾਸ ਸਾਰੇ ਕਰੀਏ। ਹਾਲਾਤ ਕਾਰਗਰ ਨਹੀਂ ਹਨ। ਕਈਆਂ ਨੂੰ ਐਂ ਲੱਗਦਾ ਤੁਹਾਡੇ ਚੋਂ ਅਸੀਂ ਕਿਹੜਾ ਇੱਥੇ ਰਹਿਣਾ। ਕਈਆਂ ਦੇ ਦਿਮਾਗ 'ਚ ਇੱਦਾਂ ਹੈ। ਕਈ ਬੰਦੇ ਨਾ ਤੁਹਾਡੇ 'ਚ ਵੀਰ ਭੈਣਾਂ ਜਾਂ ਬੱਚੇ ਇੱਦਾਂ ਸੋਚਦੇ ਨੇ, ਕੋਈ ਨਹੀਂ ਸਾਡਾ ਬੱਚਾ ਤੇ 8ਵੀਂ 'ਚ ਪੜ੍ਹਦਾ ਹੈ, 10ਵੀਂ 'ਚ ਪੜ੍ਹਦਾ ਹੈ, +2 ਕਰੇਗਾ, ਆਪਾਂ ਤਾਂ ਬਾਹਰ ਭੇਜ ਦੇਣਾ। ਭੇਜ ਲਿਓ ਫਿਰ ਬਾਹਰ ਕਿਤੇ ਦੂਜੀ ਦੁਨੀਆ ਹੈ। ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਕੇ ਵੇਖੋ, ਕੈਨੇਡਾ, ਟੋਰਾਂਟੋ, ਵੈਨਕੂਵਰ, ਕੈਲਗਰੀ ਕੀ ਹਾਲ ਹੈ? ਕਿ ਉੱਥੇ ਬੁਰਾਈਆਂ ਨਹੀਂ? ਤੁਸੀਂ ਅਖਬਾਰਾਂ 'ਚ ਪੜ੍ਹਦੇ ਨਹੀਂ ਹੋ ਫਲਾਣੇ ਥਾਂ ਦਾ ਬੱਚਾ ਪਤਾ ਹੀ ਨਹੀਂ ਲੱਗਾ ਅਚਨਚੇਤ ਕੀ ਹੋ ਗਿਆ ਉਹਨੂੰ, ਉੱਥੇ ਕੀ ਹੋ ਗਿਆ, ਫਲਾਣੇ ਥਾਂ ਤੇ ਕੀ ਹੋ ਗਿਆ। ਕਿੰਨੀਆਂ ਡੈੱਡ ਬੋਡੀਆਂ ਆ ਰਹੀਆਂ ਨੇ ਵਾਪਸ। ਇੱਦਾਂ ਤਾਂ ਨਹੀਂ ਹੋ ਰਿਹਾ ਹੈ। ਕੋਈ ਕਿਸੇ ਮੁਸ਼ਕਲ ਵਿੱਚ ਹੈ, ਕੋਈ ਕਿਸੇ ਮੁਸ਼ਕਲ ਵਿੱਚ ਹੈ। ਕਿਉਂ ਹੈ ਇਹ ਸਾਰਾ ਸੋਚਣ ਤੇ ਸਮਝਣ ਦਾ ਵਿਸ਼ਾ ਹੈ। ਸਮਾਂ ਨਹੀਂ ਬਹੁਤੀ ਡਿਟੇਲ 'ਚ ਮੈਂ ਜਾ ਸਕਾਂ। ਇੱਕੋ ਹੀ ਅਪੀਲ ਹੈ ਗੁਰੂ ਨਾਨਕ ਦੇ ਘਰ ਦੇ ਕੂਕਰ ਦੀ ਤੁਹਾਡੇ ਚਰਨਾਂ 'ਚ। ਆਓ ਆਪਣੇ ਬੱਚੇ ਸੰਭਾਲੀਏ, ਆਓ ਆਪਣੇ ਧੀਆਂ ਪੁੱਤ ਸੰਭਾਲੀਏ, ਆਓ ਫਿਕਰ ਰਹਿਤ ਜ਼ਿੰਦਗੀ ਜੀਏ। ਤੁਹਾਨੂੰ ਕੋਈ ਬਿਮਾਰੀ ਨਹੀਂ ਹੈ, ਤੁਸੀਂ ਰੋਗੀ ਨਹੀਂ ਹੋ। ਅੱਜ ਕੱਲ੍ਹ 30-30, 40-40 ਸਾਲਾਂ ਦੇ ਲੋਕ
डिप्रैशन दियां, बीपी दियां, शुगर दियां गोलियां खा रहे ने, तुसी बीमार नहीं आ, तुहानू फिकरां ने बीमार कीता है, तुहानू रात दी ना नींद ने बीमार कीता है, तुहाडी रोटी ना पचण ने बीमार कीता है तुहानू। ते रोटी नहीं पचदी जदों हालात कारगर ना होण, जदों हालात सुखावे ना होण। बहुत तरीकिਆਂ ਨਾਲ ਸਾਨੂੰ ਵੰਡਿਆ ਗਿਆ। एक बेनती होर तुहाडे चरणां 'च करनी है, सानू इकट्ठे करन वाला कोई नहीं है तो सानू वंडण वाले बहुत ने। तुहानू बहुत बंदे वंड लैणगे पर तुहानू कोई इकट्ठियां कर दे ये नहीं लभदा कोई। अच्छा, ਜਿਹੜੇ ਤੁਹਾਡੇ 'ਚ ਸਿਆਣੇ ਬਜ਼ੁਰਗ ਬੈਠੇ ਨੇ ਨਾ, ਪੁਰਾਣੇ ਸਮਿਆਂ 'ਚ ਜੇ ਹੋਰ ਕੁਝ ਨਹੀਂ ਤੇ ਰਿਸ਼ਤੇਦਾਰੀ 'ਚ ਕੋਈ ਇੱਕ ਅੱਧਾ ਬੰਦਾ ਇੱਦਾਂ ਦਾ ਹੁੰਦਾ ਸੀ ਜਿਹਦਾ ਸਾਰੇ ਹੀ ਮੰਨਦੇ ਹੁੰਦੇ ਸੀ। ਤੇ ਜਦੋਂ ਕੋਈ ਮਾੜੀ ਮੋਟੀ ਗੱਲ ਹੁੰਦੀ ਸੀ ਤੇ ਫਿਰ ਕਹਿੰਦੇ ਸੀ ਉਹਨੂੰ ਸੱਦੋ, ਉਹਦੇ ਆਖੇ ਲੱਗਣਗੇ ਸਾਰੇ। ਹੁਣ ਹੈ ਕੋਈ ਰਿਸ਼ਤੇਦਾਰ ਜਿਹਦੀ ਸਾਰੇ ਮੰਨਦੇ ਹੋਣ? ਹੁਣ ਤੇ 20 ਸਾਲਾਂ ਦਾ ਬੰਦਾ 70 ਸਾਲ ਦੇ ਸਿਆਣੇ ਬਜ਼ੁਰਗ ਨੂੰ ਕਹਿੰਦਾ ਐਵੇਂ ਅਕਲਾਂ ਨਾ ਦੇਈ ਜਾ, ਮੈਨੂੰ ਆਪਣਾ ਕੰਮ ਕਰ ਜਾ ਕੇ। ਤੇ ਜਦੋਂ 18 ਸਾਲਾਂ 20 ਸਾਲਾਂ ਦਾ ਜਵਾਕ 70 ਸਾਲ ਦੇ ਬੰਦੇ ਨੂੰ ਕਹੇਗਾ ਮੈਨੂੰ ਅਕਲਾਂ ਨਾ ਦੇ, ਤੇ ਤੁਸੀਂ ਦੱਸੋ ਉਹ ਧੌਲੀ ਦਾੜੀ ਵਾਲਾ ਬੰਦਾ ਦੂਜੀ ਵਾਰ ਕਿਸੇ ਨੂੰ ਅਕਲ ਦੇਣ ਜਾਏਗਾ? ਫਿਰ ਕਹਿੰਦਾ ਠੀਕ ਹੈ ਫਿਰ। ਔਰ ਇਹ ਅਚਨਚੇਤ ਨਹੀਂ ਹੋਇਆ। ਮੈਂ ਬਾਰ-ਬਾਰ ਇਹ ਗੱਲ ਜਿਹੜੀ ਤੁਹਾਨੂੰ ਕਹਿ ਰਿਹਾ ਨਾ ਵੀ ਸਾਡੇ ਬੱਚੇ ਨਹੀਂ ਇਦਾਂ ਦੇ, ਸਾਡੇ ਬੱਚਿਆਂ ਦੀ ਪਰਵਰਿਸ਼ ਨਹੀਂ ਇਦਾਂ ਦੀ। ਇਹ ਕਿਸੇ ਬੰਦੇ ਨੇ ਚਲਾਕੀ ਨਾਲ ਸਾਡੇ ਬੱਚਿਆਂ ਦੇ ਦਿਮਾਗ 'ਚ ਪਾਇਆ ਤਾਂ ਕਿ ਸਿਆਣਿਆਂ ਦੀ ਸੁਸਾਇਟੀ 'ਚੋਂ ਬਾਹਰ ਹੋ ਜਾਣ। ਮੰਨ ਲਓ, ਧਿਆਨ ਨਾਲ ਸਮਝਿਓ, 18 ਸਾਲਾਂ ਦਾ ਬੱਚਾ ਮਤਲਬ ਪੂਰੀ ਜਵਾਨੀ ਦੇ ਦਹਲੀਜ਼ ਤੇ ਪੈਰ ਰੱਖਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਜੋਬਨ ਦਾ ਵੇਲਾ ਹੈ, ਤੇ ਇਹ ਇਹੋ ਜਿਹਾ ਵੇਲਾ ਹੁੰਦਾ ਇੱਥੇ ਬੰਦਾ ਡਾਵਾਂ ਡੋਲ ਬਹੁਤ ਹੁੰਦਾ ਹੈ, ਬੜੇ ਖਿਆਲ ਮਨ ਵਿੱਚ ਆਉਂਦੇ ਨੇ, ਬੜਾ ਮਨ ਉਡਾਰੀਆਂ ਮਾਰਦਾ ਹੈ। ਬਾਬੇ ਨੇ ਕਿਹਾ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਭਰ ਜੋਬਨ ਲਹਿਰੀ ਦੇ। ਜੋਬਨ ਵਿੱਚ, ਜਵਾਨੀ ਵਿੱਚ ਤੂੰ ਲਹਿਰਾਂ 'ਚ ਰੁੜ ਜਾਂਦਾ। ਲਹਿਰ ਦਾ ਮਤਲਬ ਹੁੰਦਾ ਤੇਰੇ ਪੈਰ ਨਹੀਂ ਲੱਗਦੇ ਧਰਤੀ ਤੇ ਉਸ ਜਵਾਨੀ ਦੇ ਲਹਿਰ ਦੇ ਨਸ਼ੇ ਵਿੱਚ ਕਈ ਵਾਰ ਬੰਦਾ ਸਿਆਣੇ ਬੰਦੇ ਦੀ ਪੰਜਾਬੀ 'ਚ ਠੇਠ ਕਹਿ ਲਓ ਬੇਇੱਜ਼ਤੀ ਕਰ ਦਿੰਦਾ, ਤੇ ਜਿਹਦੀ ਇੱਕ ਵਾਰ ਬੇਇੱਜ਼ਤੀ ਕਰੇਗਾ ਬੰਦਾ, ਦੂਜੀ ਵਾਰ ਉਹਦੇ ਨਾਲ ਗੱਲ। ਸਮੇਂ ਦੀਆਂ ਹਕੂਮਤਾਂ ਇਹੀ ਚਾਹੁੰਦੀਆਂ ਨੇ ਵੀ ਇਹਨਾਂ ਦੇ ਲਾਗੋਂ ਸਿਆਣੇ ਪਾਸੇ ਹੋ ਜਾਣ, ਫਿਰ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਚਲਾਇਆ ਜਾ ਸਕਦਾ। ਧਿਆਨ ਨਾਲ ਸਮਝਿਓ ਨੁਕਤਾ, ਸਿਆਣੇ ਪਰੇ ਹੋ ਜਾਣ ਫਿਰ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਚਲਾਇਆ ਜਾ ਸਕਦਾ। ਸਿਆਣਾ ਕਹਿੰਦਾ ਕੌਣ ਬੇਇੱਜ਼ਤੀ ਕਰਾਵੇ ਰੋਜ਼ ਰੋਜ਼, ਮੈਂ ਨਹੀਂ ਕਰਦਾ ਗੱਲ। ਅਗਲੇ ਕਹਿੰਦੇ ਲੱਗ ਨਸ਼ੇ ਤੇ ਫਿਰ ਹੁਣ, ਕਿਉਂਕਿ ਹੁਣ ਸਿਆਣੇ ਨੇ ਤੇਰੇ ਨਾਲ ਗੱਲ ਨਹੀਂ ਕਰਨੀ, ਕਿਉਂਕਿ ਸਿਆਣੇ ਨੂੰ ਤਾਂ ਤੂੰ ਤੋੜ ਕੇ ਜਵਾਬ ਦੇਤੇ ਨੇ। ਸਿਆਣੇ ਦੀ ਤਾਂ ਤੂੰ ਥਾਂ ਥਾਂ ਤੇ ਕਰਦਾ ਬੇਇੱਜ਼ਤੀ, ਤੇ ਅਗਲਾ ਕਹਿੰਦਾ ਪੰਜਾਬੀ 'ਚ ਠੇਠ ਸ਼ਬਦਾਂ 'ਚ ਅਗਲਾ ਕਹਿੰਦਾ ਖਸਮਾਂ ਨੂੰ ਖਾਓ, ਫਿਰ ਮੇਰਾ ਕੀ ਜਾਂਦਾ, ਮੇਰੀ ਤੇ ਲੰਘ ਗਈ ਹੈ। ਇਹ ਪਾਲਿਸੀ ਹੈ। ਇਹ ਉਹ ਇੰਟੈਲੀਜੈਂਟ ਦਿਮਾਗ ਮਗਰ ਬੈਠੇ ਨੇ ਜਿਨ੍ਹਾਂ ਨੂੰ ਪਤਾ ਇਹ 80 ਸਾਲ ਦੀ ਬਜ਼ੁਰਗ ਦਾਦੀ ਜੇ ਆਪਣੀ ਗੋਦੀ ਵਿੱਚ ਫਤਿਹ ਸਿੰਘ ਨੂੰ ਬਿਠਾ ਲੈਗੀ ਨਾ, ਫਿਰ ਵਕਤ ਦੀ ਹਕੂਮਤ ਤੇ ਕੀ ਵਜ਼ੀਰ ਖਾਂ 3 ਦਿਨ ਪੇਸ਼ੀਆਂ ਪਾ ਲਏ, ਫਤਿਹ ਸਿੰਘ ਨੂੰ ਬਦਲਿਆ ਨਹੀਂ ਜਾ ਸਕਦਾ। ਜੇ ਅੱਜ ਦਾ ਫਤਿਹ ਸਿੰਘ ਬਦਲਣਾ ਹੈ, ਪਹਿਲਾਂ ਦਾਦੀ ਦੀ ਗੋਦ ਵਿੱਚੋਂ ਪਾਸੇ ਕਰਨਾ ਪੈਣਾ ਹੈ ਤਾਂ ਕਿ ਉਹ ਕਹਿ ਸਕੇ ਦਾਦੀ ਮੇਰੀ ਸਿਆਣੀ ਨਹੀਂ ਹੈ। ਪਤਾ ਨਹੀਂ ਸ਼ਾਇਦ ਤੁਹਾਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਨਹੀਂ ਆਉਂਦੀ। ਮੈਨੂੰ ਇਹ ਗੱਲ ਸਮਝ ਲੱਗਦੀ ਹੈ, ਸਿਆਣਿਆਂ ਤੋਂ ਦੂਰ ਕਰਕੇ ਅਗਲਿਆਂ ਨੇ ਨਿਆਣਿਆਂ ਦੀ ਸੁਸਾਇਟੀ ਵਿੱਚ ਬਿਠਾ ਕੇ ਤੁਹਾਨੂੰ ਆਪਣੀਆਂ ਮਨਮਰਜ਼ੀਆਂ ਕਰਾਉਣੀਆਂ ਨੇ। ਨਹੀਂ ਸਾਡੇ, ਮੈਂ ਬਾਰ-ਬਾਰ ਦਵਾਈਆਂ ਦੇ ਕੇ ਕਹਿ ਰਿਹਾ ਸਾਡੇ ਬੱਚੇ ਇਦਾਂ ਦੇ ਨਹੀਂ ਆ, ਅੱਖ ਨਹੀਂ ਪੁੱਟਦੇ ਸਾਡੇ ਬੱਚੇ ਤਾਂ, ਪਰ ਉਹਨਾਂ ਨੂੰ ਰੰਗ ਚਾੜਿਆ ਗਿਆ, ਬੜੇ ਤਰ੍ਹਾਂ ਦਾ ਰੰਗ ਚਾੜਿਆ ਗਿਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਇੱਕ ਐਗਜ਼ਾਮਪਲ ਦਿੱਤੀ ਸੀ, ਕਿਸੇ ਨੂੰ ਕਿਹਾ ਤੁਸੀਂ ਇੰਨਾ ਕੀਤਾ ਗੁਰੂ ਲਈ, ਪਰ ਤੁਹਾਡੇ ਲਈ ਗੁਰੂ ਨੇ ਕੁਛ ਨਹੀਂ ਕੀਤਾ, ਪਾਤਾ ਨਾ ਪਾੜਾ ਸਾਡੇ 'ਚ। ਜੱਟਾਂ ਨੂੰ ਕਿਹਾ ਤੁਹਾਡੇ ਗਾੜੀ ਮਜ਼੍ਹਬੀ ਆਕੜਦੇ ਨੇ, ਮਜ਼੍ਹਬੀਆਂ ਨੂੰ ਕਿਹਾ ਤੁਹਾਡੇ ਗਾੜੀ ਜੱਟ ਆਕੜਦੇ ਨੇ। ਸਾਡੇ ਉਹ ਭਰਾ ਜਿਹੜੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਸਨ, ਇੱਕ ਦੂਜੇ ਨੂੰ ਗਲ ਪਵਾਤਾ ਦੂਜਿਆਂ ਦੇ।
ਤੇ ਜਿਹੜਾ ਬੰਦਾ ਸਿਆਣਾ ਸਲਾਹ ਦੇਣ ਜਾਏ ਵੀ ਕਿਉਂ ਕਰਦੇ ਹੋ ਏਦਾਂ, ਤੁਸੀਂ ਤੇ ਭਰਾ ਹੋ ਆਪਸ ਵਿੱਚ, ਅਗਲੇ ਕਹਿੰਦੇ ਸਾਡੀ ਗੱਲ 'ਚ ਨਾ ਹੀ ਪਾਸੇ ਹੋ ਜਾ। ਅਗਲਾ ਕਹਿੰਦਾ ਫਿਰ ਜਾਓ ਮੈਂ ਹੋ ਜਾਣਾ ਪਾਸੇ। ਗੁਰੂ ਕੇ ਪਿਆਰਿਓ, ਮੈਂ ਫਿਰ ਕਹਾਂ ਬਹੁਤ ਦਿਲ ਕਰਦਾ ਤੁਹਾਡੇ ਨਾਲ, ਭਰਿਆ ਪਿਆ ਸਾਡੇ ਅੰਦਰ ਬਹੁਤ ਕੁਛ। ਸਟੇਜਾਂ ਤੇ ਮਾਹੌਲ ਨਹੀਂ ਹੁੰਦਾ, ਕਥਾ 'ਚ ਮਾਹੌਲ ਨਹੀਂ ਹੁੰਦਾ। ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਇਦਾਂ ਕਰ ਸਕਦਾ ਨਾ, ਇਦਾਂ ਮੈਂ ਇਹ ਗੱਲਾਂ ਸਟੇਜ ਤੇ ਨਹੀਂ ਕਰ ਸਕਦਾ। ਕਥਾ 'ਚ ਮਾਹੌਲ ਨਹੀਂ ਹੁੰਦਾ, ਨਹੀਂ ਸਰੋਤੇ ਹੁੰਦੇ ਇਦਾਂ ਦੇ, ਸੁਣਨਾ ਨਹੀਂ ਚਾਹੁੰਦੇ ਹੁੰਦੇ। ਇਸੇ ਕਰਕੇ ਅਸੀਂ ਇਹ ਤਰੀਕਾ ਅਪਣਾਇਆ ਵੀ ਘੱਟੋ ਘੱਟ ਸਾਲ ਵਿੱਚ 1-2 ਮਹੀਨੇ ਤੇ ਅਸੀਂ ਆਪਣੇ ਪਰਿਵਾਰਾਂ 'ਚ ਬਹਿ ਕੇ ਗੱਲ ਕਰੀਏ ਨਾ। ਬਾਕੀ ਦਿਨ ਚਲੋ ਸਟੇਜਾਂ ਤੇ ਵੀ ਕਰਦੇ ਹਾਂ, ਅਸੀਂ ਉੱਥੇ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਇੱਕ ਤਰੀਕਾ ਹੈ। ਤੇ ਫਿਰ ਜਿਹੜੇ ਬੰਦੇ ਇੱਕ ਦੂਜੇ ਦੇ ਨਾਲ ਹੋਣੇ ਸੀ, ਉਹ ਇੱਕ ਦੂਜੇ ਦੇ ਵਿਰੋਧ ਵਿੱਚ ਖੜੇ ਕਰ ਲਏ, ਤੇ ਤੀਜਾ ਬੰਦਾ ਇਹਦਾ ਫਾਇਦਾ ਚੁੱਕ ਜਾਏਗਾ। ਤੁਸੀਂ ਆਪਸ ਵਿੱਚ ਪੱਟੋਗੇ, ਤੀਜਾ ਫਾਇਦਾ ਚੁੱਕ ਜੂਗਾ, ਤੇ ਚੁੱਕ ਲਿਆ ਅਗਲਿਆਂ ਨੇ ਫਾਇਦਾ। ਸਾਨੂੰ ਹਰ ਇੱਕ ਚੀਜ਼ ਦੇ ਰਾਹੀਂ ਵੰਡਿਆ ਗਿਆ। ਸੋ ਗੁਰੂ ਕੇ ਪਿਆਰਿਓ, ਮੇਰੇ ਤੋਂ ਵੱਡੇ ਹੋ, ਮੇਰੇ ਛੋਟੇ ਵੀਰ ਹੋ, ਮੇਰੇ ਨੌਜਵਾਨ ਵੀਰ ਬੈਠੇ ਨੇ, ਨੌਜਵਾਨ ਵੀਰੋ ਤੁਸੀਂ ਵੀ ਸੋਚੋ ਇਹਨਾਂ ਗੱਲਾਂ ਨੂੰ ਥੋੜ੍ਹੀ ਜਿਹੀ ਗੰਭੀਰਤਾ ਨਾਲ। ਬੈਠੇ ਹੋ ਕਿਤੇ ਸਾਡੇ ਨਾਲ ਵਕਤ ਕੱਢ ਕੇ, ਬਹੁਤ ਕੁਝ ਹੈ ਸਾਡੇ ਕੋਲ ਜਿਹੜਾ ਤੁਹਾਨੂੰ ਸਮਝਣ ਦੀ ਲੋੜ ਹੈ। ਅੱਜ ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ, ਮੇਰੀਆਂ ਛੋਟੀਆਂ ਬੱਚੀਆਂ, ਸਮਝੋ ਇਹਨਾਂ ਗੱਲਾਂ ਨੂੰ, ਫੀਲ ਕਰਕੇ ਵੇਖੋ। ਜਿਸ ਤਰ੍ਹਾਂ ਦੀ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਰਾਏ ਦਿੱਤੀ ਹੈ, ਜਿਸ ਖਿਆਲ ਦੇ ਮਾਲਕ ਸਾਨੂੰ ਬਣਾਇਆ, ਉਹ ਅਸੀਂ ਬਣਨ ਦਾ ਸਾਰੇ ਯਤਨ ਕਰੀਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸਹਿਯੋਗੀ ਬਣੀਏ, ਲੱਤਾਂ ਖਿੱਚੋ ਨਾ, ਸਹਾਰੇ ਬਣੋ ਇੱਕ ਦੂਜੇ ਦੇ। ਤੁਸੀਂ ਲੱਤਾਂ ਖਿੱਚਣ ਵਾਲੇ ਕਿੱਦਣ ਦੇ ਹੋ ਗਏ? ਆਪਾਂ ਤਾਂ ਸਹਾਰੇ ਬਣਨ ਵਾਲੇ ਸਨ। ਕਸ਼ਮੀਰੀ ਪੰਡਤ ਧਾਹਾਂ ਮਾਰਦੇ ਆਨੰਦਪੁਰ ਦੀ ਧਰਤੀ ਤੇ ਆਏ, ਸਾਡਾ ਗੁਰੂ ਸਹਾਰਾ ਬਣ ਗਿਆ ਨਾ ਉਹਨਾਂ ਦਾ। ਕੋਈ ਵਿਚਾਰਕ ਸਾਂਝ ਨਹੀਂ, ਕੋਈ ਇੱਕ ਕੌਮ ਨਹੀਂ, ਕੋਈ ਲਹਿਣਾ ਨਹੀਂ, ਕੋਈ ਦੇੜਾ ਨਹੀਂ। ਤੇ ਮੇਰੇ ਬਾਬੇ ਨੇ ਪਤਾ ਕੀ ਕਿਹਾ? ਇੱਕੋ ਹੀ ਗੱਲ ਸੁਣੀ ਜਦੋਂ ਉਹਨਾਂ ਨੇ ਕਿਹਾ ਮਹਾਰਾਜ ਤੇਰਾ ਦਰ ਤੱਕਿਆ। ਸੱਚੇ ਪਾਤਸ਼ਾਹ ਜੀ ਨੇ ਕਿਹਾ ਜਾਓ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਹਿਮਤ ਹੋ ਜਾਣ ਤੇ ਅਸੀਂ ਸਾਰੇ ਰਾਜ਼ੀ ਹੋ ਜਾਵਾਂਗੇ। ਹੁਣ ਕਿੱਡਾ ਵੱਡਾ ਰਿਸਕ ਹੈ, ਕਿੱਡੀ ਵੱਡੀ ਹਕੂਮਤ ਨਾਲ ਸਿੱਧਾ ਮੱਥਾ ਲਾ ਲਿਆ। ਤੇ ਬੜਿਆਂ ਨੇ ਸਲਾਹਾਂ ਦਿੱਤੀਆਂ ਹੋਣੀਆਂ, ਗੁਰੂ ਤੇਗ ਬਹਾਦਰ ਬੜੇ ਪਸੰਦ ਸਨ, ਆਣ ਕੇ ਕਹਿੰਦੇ ਮਹਾਰਾਜ ਕਮਾਲ ਹੈ, ਆਪਣਾ ਤੇ ਰੌਲਾ ਹੀ ਕੋਈ ਨਹੀਂ, ਰੌਲਾ ਇਹਨਾਂ ਦਾ ਆ, ਤੁਸੀਂ ਖਾਮ ਖਾਈ ਅੱਗੇ ਲੱਗ ਕੇ ਤੁਰ ਪਏ। ਜਿਵੇਂ ਅੱਜ ਬੰਦੇ ਬੜੇ, ਤੁਸੀਂ ਕੀ ਲੈਣਾ ਹੈ? ਜੇ ਕੋਈ ਨੌਜਵਾਨਾਂ ਨੂੰ, ਬੱਚਿਆਂ ਨੂੰ ਕਲਾਸਾਂ 'ਚ ਲਿਆਉਂਦਾ ਹੈ, ਜੇ ਬੱਚਿਆਂ ਨੂੰ, ਤਾਂ ਬੜੇ ਬੰਦੇ ਕਹਿਣਗੇ ਤੁਸੀਂ ਕੀ ਲੈਣਾ, ਤੁਹਾਨੂੰ ਕੀ ਮਿਲਣਾ ਇਹਦੇ ਵਿੱਚੋਂ? ਸਾਨੂੰ ਮਿਲਣਾ ਹੈ ਮਾਤਾ ਗੁਜਰ ਕੌਰ ਦੀ ਗੋਦ ਦਾ ਨਿੱਘ ਮਿਲਣਾ ਹੈ। ਸਾਨੂੰ ਨਹੀਂ ਚਾਹੀਦਾ, ਸਾਨੂੰ ਕੋਈ ਟਰੋਫੀ, ਕੋਈ ਮੈਡਲ ਨਹੀਂ ਚਾਹੀਦੇ, ਸਾਨੂੰ ਕੋਈ ਸਨਮਾਨ ਨਹੀਂ ਚਾਹੀਦਾ। ਤੇ ਜਿਹਨੂੰ ਮਾਤਾ ਗੁਜਰ ਕੌਰ ਦੀ ਗੋਦੀ ਦਾ ਨਿੱਘ ਮਿਲ ਜਾਏ, ਜਿਹਦੇ ਮੋਢਿਆਂ ਤੇ ਹੱਥ ਬਾਜਾਂ ਵਾਲਾ ਰੱਖ ਦੇ, ਕੋਈ ਟਰੋਫੀ, ਕੋਈ ਗੋਲਡ ਮੈਡਲ, ਕੋਈ ਮੁਕਾਬਲਾ ਕਰ ਸਕਦਾ ਉਹਦਾ? ਨਾ 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 ਨਾ, ਕੁਛ ਨਹੀਂ ਚਾਹੀਦਾ ਸਾਨੂੰ। ਸਾਡਾ ਪੰਜਾਬ ਬਚਣਾ ਚਾਹੀਦਾ, ਸਾਡੇ ਨੌਜਵਾਨ ਬਚਣੇ ਚਾਹੀਦੇ ਨੇ, ਸਾਡੀਆਂ ਧੀਆਂ ਮਹਿਫੂਜ਼ ਹੋਣੀਆਂ ਚਾਹੀਦੀਆਂ ਨੇ, ਸਾਡੀਆਂ ਬੱਚੀਆਂ ਦੇ ਚਿਹਰਿਆਂ ਤੇ ਰੌਣਕ ਦਿਸਣੀ ਚਾਹੀਦੀ ਹੈ। ਸਮਾਜ ਨੇ ਉਹਨੂੰ ਆਪਣੇ ਚਾਟੇ ਲਾ ਲਿਆ, ਆਪਣੇ ਰਾਹ 'ਚ ਪਾ ਲਿਆ ਉਹਨਾਂ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੀ ਗੰਭੀਰਤਾ ਨਾਲ ਸਮਝਿਓ। ਜਦੋਂ ਤੁਹਾਨੂੰ ਆਵਾਜ਼ ਮਾਰੀ ਜਾਂਦੀ ਹੈ, ਖਾਸ ਕਰਕੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਆਵਾਜ਼ ਮਾਰੀ ਜਾਂਦੀ ਹੈ, ਵੈਸੇ ਤੁਸੀਂ ਵਧਾਈ ਦੇ ਪਾਤਰ ਹੋ। ਅਸੀਂ ਦਿਨੇ ਵੀ ਗੱਲ ਕਰਦੇ ਸੀ ਵੀ ਜਿਹੜਾ ਟਾਈਮ ਤੁਹਾਨੂੰ ਦਿੱਤਾ ਜਾਂਦਾ ਹੈ, ਭਾਵੇਂ ਕਿ ਹੌਲੀ ਹੌਲੀ ਉਹਦੀ ਪ੍ਰੈਕਟਿਸ ਹੋ ਰਹੀ ਹੈ, ਪਰ ਫਿਰ ਵੀ ਤੁਸੀਂ ਸਮੇਂ ਦੇ ਨਾਲ, ਟਾਈਮ ਨਾਲ ਸਾਰੇ ਪਹੁੰਚ ਜਾਂਦੇ ਹੋ। ਫਿਰ ਸਾਡੀ ਵੀ ਇੱਕ ਡਿਊਟੀ ਬਣ ਜਾਂਦੀ ਹੈ ਵੀ ਜਿਹੜਾ ਟਾਈਮ ਤੁਹਾਨੂੰ ਸਮਾਪਤੀ ਦਾ ਦਿੱਤਾ ਹੈ ਨਾ, ਉਸ ਸਮੇਂ ਤੇ ਅਸੀਂ ਵੀ ਸਮਾਪਤੀ ਕਰੀਏ, ਤਾਂ ਕਿ ਅਸੀਂ ਸਾਰੇ ਹੀ ਸਮੇਂ ਦੇ ਪਾਬੰਦ ਹੋ ਸਕੀਏ। ਇਹ ਵੀ ਇੱਕ ਜਾਚ ਸਿੱਖਣ ਦੀ ਲੋੜ ਹੈ ਸਿੱਖ ਨੂੰ। ਅੱਜ ਬਹੁਤ 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 ਨੀਜ਼ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਣਾ ਪੈਣਾ। ਸਭਨਾਂ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ। ਇਹ ਕੁਝ ਬੇਨਤੀਆਂ ਸਨ ਜਿਹੜੀਆਂ ਤੁਹਾਡੇ ਚਰਨਾਂ 'ਚ ਕਰਨੀਆਂ ਸਨ। ਭਾਵੇਂ ਕਿ ਵੀਰਾਂ ਨੇ ਵਿਚਾਰ ਦਾ ਸਮਾਂ ਰੱਖਿਆ ਸੀ ਵੀ ਕਥਾ ਕਰਨੀ ਹੈ, ਪਰ ਮੈਨੂੰ ਲੱਗਦਾ ਸੀ ਵੀ ਕਥਾ
ਆਪਾਂ ਕਰਾਂਗੇ, ਫਿਰ ਵੀ ਕਰਦੇ ਰਵਾਂਗੇ, ਜਾਂ ਪਹਿਲਾਂ ਵੀ ਆਪਾਂ ਕੀਤੀ ਸੀ। ਕੱਲ ਵੀ ਵੀਰ ਹੋਣਾ ਨੇ ਤੁਹਾਡੇ ਨਾਲ ਕਥਾ ਕੀਤੀ ਹੈ, ਪਰ ਕੁਝ ਗੱਲਾਂ ਤੁਹਾਡੇ ਨਾਲ ਕਰਨ ਵਾਲੀਆਂ ਸਨ ਜਿਹੜੀਆਂ ਮੈਨੂੰ ਲੱਗਦਾ ਸੀ ਕਥਾ 'ਚ ਨਹੀਂ ਹੋ ਸਕਣੀਆਂ, ਉਹ ਇਸ ਰੂਪ ਵਿੱਚ ਹੀ ਹੋ ਸਕਦੀਆਂ ਨੇ। ਸੋ ਗੱਲਾਂ ਮੈਂ ਆਪਣੇ ਪਰਿਵਾਰ ਦੇ ਜੀਆਂ ਨਾਲ, ਆਪਣੀਆਂ ਭੈਣਾਂ ਨਾਲ, ਆਪਣੇ ਬਜ਼ੁਰਗਾਂ ਨਾਲ, ਆਪਣੀਆਂ ਬੱਚੀਆਂ ਨਾਲ, ਆਪਣੀਆਂ ਮਾਤਾਵਾਂ ਨਾਲ ਕੀਤੀਆਂ ਨੇ। ਔਰ ਤੁਹਾਨੂੰ ਉਹ ਮੈਂ ਦੁੱਖ ਦੱਸਿਆ ਵੀ ਅਗਲੇ ਕਿਸ ਰਾਹ ਤੇ ਤੁਹਾਨੂੰ ਪਾਉਣਾ ਚਾਹੁੰਦੇ ਨੇ। ਹੁਣ ਸੰਭਲਣਾ ਕਿ ਨਹੀਂ ਸੰਭਲਣਾ, ਇਹ ਸਾਡੀ ਸਾਰਿਆਂ ਦੀ ਮਰਜ਼ੀ ਹੈ। ਸੰਭਲ ਜਾਵਾਂਗੇ ਤੇ ਬਚਾਅ ਹੋ ਜਾਏਗਾ, ਨਹੀਂ ਤੇ ਨੁਕਸਾਨ ਤਾਂ ਫਿਰ ਹੋ ਹੀ ਰਿਹਾ। ਸਭਨਾਂ ਦਾ ਧੰਨਵਾਦ। ਗੁਰੂ ਸਾਹਿਬ ਜੀ ਮਿਹਰ ਕਰਨ ਅਸੀਂ ਇਸ ਰਾਹ ਚੱਲ ਸਕੀਏ। ਮੈਂ ਬੇਨਤੀ ਕਰਾਂਗਾ ਵੀਰਾਂ ਨੂੰ ਵੀ ਆਪਾਂ ਸਮਾਪਤੀ ਵਾਲੇ ਬੰਨੇ ਵਧੀਏ। ਪ੍ਰਬੰਧਕ ਵੀਰ ਸਾਰੇ ਹੀ ਵਧਾਈ ਦੇ ਪਾਤਰ ਨੇ, ਬੱਚੇ ਵਧਾਈ ਦੇ ਪਾਤਰ ਨੇ। ਅਸੀਂ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਗੁਰੂ ਦੀ ਅਸੀਸ ਲੈਂਦੇ ਰਹੀਏ ਤੇ ਰਿਜ਼ਲਟ ਵੀਰਾਂ